ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ, ਤਾਂ ਉਸ ਵੇਲੇ ਬਹੁਤ ਸੰਗਤਾਂ ਅਥਾਹ ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕਰ ਰਹੀਆਂ ਸਨ ਅਤੇ ਨਾਲ ਨਾਲ ਸਿਮਰਨ ਕਰ ਰਹੀਆਂ ਸਨ। ਮਿੱਟੀ ਪੁੱਟਦਿਆਂ ਪੁੱਟਦਿਆਂ ਹੇਠੋਂ ਬਹੁਤ ਸਖਤ ਜ਼ਮੀਨ ਨਿਕਲ ਆਈ, ਜਿੱਥੇ ਕਈ ਵਜਨ ਤੋਂ ਕਈ ਸਿਰ ਨੂੰ ਆਉਂਦੀ ਸੀ। ਸੰਗਤਾਂ ਨੇ ਸਤਿਗੁਰਾਂ ਨੂੰ ਕਿਹਾ ਕਿ ਮਹਾਰਾਜ ਜੀ, ਹੇਠੋਂ ਮਿੱਟੀ ਬਹੁਤ ਸਖਤ ਹੈ ਜੋ ਪੁੱਟੀ ਨਹੀਂ ਜਾਂਦੀ। ਸਤਿਗੁਰਾਂ ਨੇ ਕਿਹਾ ਕਿ ਹੁਣ ਸਭ ਸੰਗਤ ਆਰਾਮ ਕਰੋ, ਕੱਲ੍ਹ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੇਵਾ ਕਰਾਂਗੇ। ਅਗਲੇ ਦਿਨ ਆਸਾ ਦੀ ਵਾਰ ਜੀ ਦੇ ਭੋਗ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਹੋਈ। ਤਦੋਂ ਸਤਿਗੁਰੂ ਜੀ ਸੰਗਤ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਲਈ ਚੱਲ ਪਏ। ਉੱਧਰ ਸੱਚਖੰਡ ਵਿੱਚ ਬੈਠੇ ਅੰਤਰਜਾਮੀ ਵਾਹਿਗੁਰੂ ਜੀ ਨੇ ਮਨ ਦੇ ਵਿੱਚ ਵਿਚਾਰਿਆ ਕਿ ਸੱਚਖੰਡ ਹਰਿਮੰਦਰ ਸਾਹਿਬ ਮੇਰੀ ਕੀਰਤੀ ਦਾ ਸਥਾਨ ਬਣ ਰਿਹਾ ਹੈ। ਇੱਥੇ ਬੈਠ ਕੇ ਅਨੇਕਾਂ ਗੁਰਸਿੱਖ ਭਗਤ ਮੇਰੀ ਭਗਤੀ ਅਤੇ ਕੀਰਤੀ ਕਰਨਗੇ, ਮੇਰੇ ਦਰਸ਼ਨਾਂ ਦੀ ਚਾਹਨਾ ਕਰਨਗੇ। ਇਉਂ ਵਿਚਾਰ ਕੇ ਸਲੋਕ ਸਮੀਪ ਸਰੂਪ ਸਜੁਜ ਅਤੇ ਕੇਵਲ ਮੁਕਤੀ ਵਾਲੇ ਭਗਤਾਂ ਨੂੰ ਆਖਿਆ ਕਿ ਸਾਨੂੰ ਵੀ ਇਸ ਸਰੋਵਰ ਦੀ ਸੇਵਾ ਕਰਨੀ ਚਾਹੀਦੀ ਹੈ।
ਤਦੋਂ ਅੰਤਰਜਾਮੀ ਵਾਹਿਗੁਰੂ ਜੀ ਨੇ ਸਿੱਖ ਦਾ ਰੂਪ ਧਾਰ ਲਿਆ ਅਤੇ ਮਜ਼ਦੂਰ ਬਣ ਕੇ ਲੱਕ ਦੇ ਨਾਲ ਕਮਰ ਕੱਸਾ ਕੀਤਾ। ਮੋਢੇ 'ਤੇ ਕਹੀ ਰੱਖ ਕੇ ਦੂਸਰੇ ਹੱਥ ਵਿੱਚ ਟੋਕਰੀ ਲੈ ਲਈ। ਇਸ ਪ੍ਰਕਾਰ ਭਗਤਾਂ ਦੀ ਮਹਿਮਾ ਵਡਿਆਉਣ ਲਈ ਅਤੇ ਆਪਣੇ ਆਪ ਨੂੰ ਪ੍ਰੇਮ ਦੇ ਵਸੀਕਾਰ ਦਿਖਾਉਣ ਲਈ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੂਰੀ ਜਿਹੜਾ ਸ਼ਹਿਰ ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਮਜ਼ਦੂਰਾਂ ਦੇ ਨਾਲ ਰਲ ਕੇ ਸਰੋਵਰ ਦੀ ਕਾਰ ਕਰਨ ਲੱਗ ਪਏ। ਜਿਸ ਜਗ੍ਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਉੱਥੇ ਖੁਦ ਅੰਤਰਜਾਮੀ ਪਰਮੇਸ਼ਰ ਨੇ ਆਪ ਮਿੱਟੀ ਪੁੱਟੀ। ਉਧਰ ਜਦ ਬ੍ਰਹਮਾ ਵਿਸ਼ਨੂੰ ਆਦਿਕ ਦੇਵਤਿਆਂ ਨੂੰ ਪਤਾ ਲੱਗਾ ਤਾਂ ਵੀ ਸਭ ਦੇਵੀ ਦੇਵਤਿਆਂ ਨਾਲ ਮਿਲ ਕੇ ਆਕਾਸ਼ ਵਿੱਚ ਜੈ ਜੈਕਾਰ ਕਰਨ ਲੱਗੇ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿੰਦੇ ਨੇ ਕਿ ਇਸ ਅੰਤਰਜਾਮੀ ਦੇ ਕੌਤਕ ਇਹ ਆਪ ਹੀ ਜਾਣਦਾ ਹੈ। ਨਿਰੰਕਾਰ ਕਹੀ ਨਾਲ ਮਿੱਟੀ ਬਾਹਰ ਸੁੱਟ ਰਿਹਾ ਸੀ। ਸਭ ਦੇਵਤੇ ਵੀ ਸਮਾਧ ਹੋ ਰਹੇ ਸਨ। ਉਹਨਾਂ ਅੰਦਰ ਵੀ ਇਸ ਪਵਿੱਤਰ ਸਥਾਨ ਦੀ ਸੇਵਾ ਕਰਨ ਦਾ ਚਾਅ ਆਇਆ। ਤਦੋਂ ਸਭ ਦੇਵਤੇ ਵੀ ਰੂਪ ਬਦਲ ਕੇ ਸੇਵਾ ਕਰਨ ਲੱਗੇ, ਜਿਨ੍ਹਾਂ ਨੇ ਕੁਝ ਸਮੇਂ ਵਿੱਚ ਹੀ ਸਾਰੀ ਮਿੱਟੀ ਬਾਹਰ ਕੱਢ ਦਿੱਤੀ। ਤਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਆ ਗਏ। ਸਭ ਕੁਝ ਜਾਣਦੇ ਹੋਇਆਂ ਵੀ ਬਾਬਾ ਬੁੱਢਾ ਸਾਹਿਬ ਜੀ ਸਮੇਤ ਸੰਗਤਾਂ ਨੂੰ ਪੁੱਛਿਆ ਕਿ ਇਹ ਸੰਗਤ ਕਿੱਥੋਂ ਆਈ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਹੱਸ ਕੇ ਕਿਹਾ ਕਿ ਮਹਾਰਾਜ ਜੀ ਸਭ ਤੁਹਾਡੇ ਹੀ ਕੌਤਕ ਨੇ। ਕਿਤੇ ਗੁਰੂ ਰੂਪ ਹੋ ਕੇ ਸੇਵਾ ਕਰਵਾ ਰਹੇ ਹੋ ਅਤੇ ਕਿਤੇ ਸਿੱਖ ਰੂਪ ਹੋ ਕੇ ਸੇਵਾ ਕਰ ਰਹੇ ਹੋ। ਗੁਰੂ ਸਾਹਿਬ ਜੀ ਡਿਊਟੀ ਸਾਹਿਬ ਵਾਲੇ ਅਸਥਾਨ ਦੇ ਖੜ੍ਹ ਕੇ ਦੇਖਣ ਲੱਗ ਪਏ। ਸਭ ਦੇ ਚਿਹਰਿਆਂ ਦੀ ਅਦਭੁਤ ਹੀ ਕ੍ਰਾਂਤੀ, ਬੜੀ ਪਿਆਰੀ ਝਲਕ ਸੀ, ਬਹੁਤ ਤੇਜ ਪ੍ਰਤਾਪ ਸੀ। ਉਹਨਾਂ ਵਿੱਚ ਇੱਕ ਬਹੁਤ ਹੀ ਸੁੰਦਰ ਮਨ ਨੂੰ ਮੋਹਿਤ ਕਰ ਲੈਣ ਵਾਲਾ ਚਿਹਰਾ ਸੀ, ਜੋ ਖੁਦ ਆਪ ਵੀ ਸੇਵਾ ਕਰ ਰਿਹਾ ਅਤੇ ਸਭਨਾਂ ਨੂੰ ਪ੍ਰੇਰ ਕੇ ਵੀ ਕਰਵਾ ਰਿਹਾ ਸੀ ਅਤੇ ਸਾਰੇ ਉਹਦਾ ਬਹੁਤ ਅਦਬ ਸਤਿਕਾਰ ਕਰ ਰਹੇ ਸਨ। ਸਤਿਗੁਰਾਂ ਨੇ ਉੱਥੇ ਅੰਤਰਜਾਮੀ ਵਾਹਿਗੁਰੂ ਜੀ ਨੂੰ ਨਮਸਕਾਰ ਕੀਤੀ। ਜਦ ਸਭ ਦੇਵਤਿਆਂ ਨੂੰ ਪਤਾ ਲੱਗਾ ਕਿ ਜਗਤ ਗੁਰੂ ਜੀ ਆ ਗਏ ਨੇ ਤਾਂ ਸਭ ਨੇ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ। ਤਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਆਪ ਖਲੋਇਆ। ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲੇ ਦਿਨ ਪ੍ਰਕਾਸ਼ ਕਰਵਾਇਆ ਸੀ, ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਤਾਂ ਇਹੀ ਸ੍ਰੀ ਮੁਖ ਵਾਕ ਆਇਆ ਸੀ, ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਉੱਪਰ 975 ਅੰਗ 'ਤੇ ਸੁਸ਼ੋਭਿਤ ਹੈ। ਇੱਥੇ 783 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਆਓ ਪਿਆਰ ਦੇ ਨਾਲ ਇਹਦੀ ਕਥਾ ਸੁਣੋ ਜੀ। ਸੰਤਾਂ ਕੇ ਕਾਰਜ ਆਪ ਖਲੋਇਆ। ਸ਼ਾਂਤ ਚਿੱਤ ਵੱਡੇ ਗੁਰੂ ਸਾਹਿਬ ਜੀਆਂ ਦੇ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਦੇ ਕੰਮ ਦੇ ਵਿੱਚ ਅੰਤਰਜਾਮੀ ਆਪ ਹੀ ਆ ਕੇ ਖਲੋਤਾ ਭਾਵ ਸਥਿਤ ਹੋਇਆ ਹੈ। ਹਰ ਕੰਮ ਕਰਾਵਨ ਆਇਆ ਰਾਮ। ਰਾਮ ਹੈ ਭਾਈ ਪਰਮੇਸ਼ਰ ਆਪ ਹੀ ਇਹ ਸ਼ੁਭ ਕੰਮ ਕਰਾਉਣ ਲਈ, ਇਹ ਸੇਵਾ ਕਰਾਉਣ ਲਈ ਖੁਦ ਆਪ ਆਇਆ ਹੈ।
ਧਰਤ ਸੁਹਾਵੀ ਤਾਲ ਸੁਹਾਵਾ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਇਹ ਵੀ ਸ਼ੋਭਨੀਕ ਹੈ। ਇਹ ਜਿਹੜਾ ਪਾਵਨ ਸਰੋਵਰ ਹੈ ਇਹ ਵੀ ਸ਼ੋਭਨੀਕ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਜਿਸ ਦੇ ਵਿੱਚ ਅੰਮ੍ਰਿਤ ਜਲ ਰੂਪ ਹੋ ਕੇ ਫੈਲਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਜਲ ਰੂਪ ਹੋ ਕੇ ਫੈਲਿਆ ਹੋਇਆ ਹੈ। ਹਰਿਮੰਦਰ ਸਾਹਿਬ ਦੇ ਰਚਨ ਦਾ ਪੂਰਾ ਸਾਜੋ ਸਮਾਨ ਕਰਾ ਦਿੱਤਾ। ਭਾਵ ਨੀਂਹ ਰੱਖਣ ਵਾਲਾ ਸਥਾਨ ਆਪ ਜਿਹੜਾ ਸਖਤ ਸੀ ਉਹ ਪੁੱਟ ਦਿੱਤਾ ਹੈ। ਸਗਲ ਮਨੋਰਥ ਪੂਰੇ, ਇਸ ਲਈ ਸਾਡੇ ਸਾਰੇ ਮਨ ਦੇ ਸੰਕਲਪ ਸੰਪੂਰਨ ਹੋ ਗਏ ਹਨ। ਇਸੇ ਪ੍ਰਕਾਰ ਹਾਂਜੀ। ਜੈ ਜੈਕਾਰ ਭਇਆ ਜਗ ਅੰਤਰ, ਸਾਰੇ ਜਗਤ ਦੇ ਅੰਦਰ ਪਰਮੇਸ਼ਰ ਦਾ ਜੈ ਜੈਕਾਰ ਆਪ ਜਸ ਹੋ ਰਿਹਾ ਹੈ। ਲਾਥੇ ਸਗਲ ਵਸੂਰੇ, ਹਰ ਸਾਰੇ ਝੋਰੇ ਵੀ ਲੈ ਗਏ ਹਨ। ਇਹ ਬਾਹਰੀ ਅਰਥ ਸੀ। ਆਓ ਹੁਣ ਅੰਤਰੀ ਵਰਤ ਸਰਵਣ ਕਰੋ। ਸੰਤਾਂ ਕੇ ਕਾਰਜ ਆਪ ਖਲੋਇਆ, ਸ਼ਾਂਤ ਚਿੱਤ ਆਤਮ ਗਿਆਨੀ ਮਹਾਂਪੁਰਖਾਂ ਦੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਕਾਰਜ ਨੂੰ ਕਰਾਉਣ ਲਈ ਪਰਮੇਸ਼ਰ ਆਪ ਉਹਨਾਂ ਦੀ ਅੰਤःਕਰਨ ਵਿੱਚ ਖਲੋਤਾ ਭਾਵ ਸਥਿਤ ਹੋਇਆ ਹੈ। ਹਰ ਕੰਮ ਕਰਾਵਨ ਆਇਆ ਰਾਮ, ਉਹ ਪਰਮੇਸ਼ਰ ਆਪ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਕੰਮ ਕਰਾਉਣ ਲਈ ਸੇਵਾ ਕਰਾਉਣ ਲਈ ਖੁਦ ਆਪ ਆਇਆ ਹੈ। ਧਰਤ ਸੁਹਾਵੀ ਤਾਲ ਸੁਹਾਵਾ, ਸੰਤ ਜਨਾਂ ਦੀ ਨਿਮਰਤਾ ਵਾਲੀ ਬੁੱਧੀ ਰੂਪ ਧਰਤੀ ਸ਼ੋਭਨੀਕ ਹੋਈ ਹੈ। ਇਸੇ ਪ੍ਰਕਾਰ ਧਰਤ ਸੁਹਾਵੀ ਤਾਲ ਸੁਹਾਵਾ, ਪਹਿਲੀ ਭੂਮਿਕਾ, ਦੂਜੀ ਭੂਮਿਕਾ, ਤੀਜੀ ਭੂਮਿਕਾ ਤੇ ਚੌਥੀ ਭੂਮਿਕਾ ਰੂਪ ਧਰਤੀ ਸ਼ੋਭਨੀਕ ਹੋਈ ਹੈ। ਅਤੇ ਹਿਰਦਾ ਰੂਪੀ ਤਾਲ ਇਹ ਵੀ ਸ਼ੁਭ ਗੁਣਾਂ ਦੇ ਸਹਿਤ ਸ਼ੋਭਨੀਕ ਹੋਇਆ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਜਿਸ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਛਾਇਆ ਹੋਇਆ ਭਾਵ ਨਾਮ ਵਸਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਨਾਮ ਅੰਮ੍ਰਿਤ ਰੂਪੀ ਜਲ ਸੰਤ ਜਨਾਂ ਦੇ ਹਿਰਦੇ ਰੂਪੀ ਤਾਲ ਵਿੱਚ ਛਾਇਆ ਹੋਇਆ ਹੈ। ਪਰਮੇਸ਼ਰ ਨੇ ਸਾਧਨਾ ਆਦਿਕ ਸਮੱਗਰੀ ਦਾ ਜੋ ਸਮਾਨ ਪੂਰਾ ਕਰਵਾ ਦਿੱਤਾ ਹੈ। ਸਗਲ ਮਨੋਰਥ ਪੂਰੇ, ਉਹਨਾਂ ਸੰਤ ਜਨਾਂ ਦੇ ਹਰੀ ਨੇ ਸਾਰੇ ਮਨ ਦੇ ਸੰਕਲਪ ਪੂਰੇ ਕਰ ਦਿੱਤੇ ਹਨ। ਜੈ ਜੈਕਾਰ ਭਇਆ ਜਗ ਅੰਤਰ, ਉਹਨਾਂ ਸੰਤ ਜਨਾਂ ਦਾ ਸਾਰੇ ਜਗਤ ਦੇ ਵਿੱਚ ਜੈ ਜੈਕਾਰ ਭਾਵ ਜਸ ਹੋਇਆ ਹੈ। ਲਾਥੇ ਸਗਲ ਵਸੂਰੇ, ਪਰ ਉਹਨਾਂ ਦੇ ਸਾਰੇ ਵਿਛੋੜੇ ਆਦਿਕ ਦੇ ਝੋਰੇ ਲੈ ਗਏ ਹਨ। ਪੂਰਨ ਪੁਰਖ ਅਚੁੱਤ ਅਬਨਾਸੀ, ਜੋ ਸਭ ਤਾਈਂ ਪੂਰਤੀ ਕਰਨ ਵਾਲਾ ਵਿਆਪਕ ਪੁਰਖ ਤਬ ਬਲ ਦੇਣ ਵਾਲਾ ਅਡਿੱਗ ਅਟਲ ਅਤੇ ਨਾਸ਼ ਤੋਂ ਰਹਿਤ ਪਰਮੇਸ਼ਰ ਹੈ। ਜਸ ਵੇਦ ਪੁਰਾਣੀ ਗਾਇਆ, ਅਤੇ ਜਿਸ ਦਾ ਜਸ ਵੇਦ ਤੇ ਪੁਰਾਣਾ ਨੇ ਗਾਇਆ ਹੈ। ਜਾਂ ਵੇਦਾਂ ਵਿੱਚ ਬ੍ਰਹਮਾ ਤੇ ਪੁਰਾਣਾਂ ਦੇ ਵਿੱਚ ਬਿਆਸ ਨੇ ਜਸ ਗਾਉਣਾ ਕੀਤਾ ਹੈ। ਜਾਂ ਪੁਰਾਤਨ ਸਰੂਪ ਦਾ ਜਸ ਗਿਆਨਵਾਨਾਂ ਨੇ ਗਾਉਣਾ ਕੀਤਾ ਹੈ। ਆਪਣਾ ਬਿਰਦਾ ਰੱਖਿਆ ਪਰਮੇਸ਼ਰ, ਉਸ ਪਰਮੇਸ਼ਰ ਨੇ ਆਪ ਦਾ ਧਰਮ ਰੱਖਿਆ ਹੈ ਭਾਵ ਆਪ ਦੇ ਸੇਵਕਾਂ ਦੇ ਸਭ ਕਾਰਜ ਰਾਸ ਕਰਦਾ ਹੈ। ਨਾਨਕ ਨਾਮ ਤੇ ਆਇਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸਾਂ ਨੇ ਉਸੇ ਵਾਹਿਗੁਰੂ ਦਾ ਹੀ ਨਾਮ ਧਿਆਇਆ, ਨਾਮ ਅਰਾਧਿਆ ਹੈ। ਨਾਵ ਨਿਦਾ ਸਿੱਧਾ ਰਿੱਧ ਦੀਨੇ ਕਰਤੇ। 9 ਨਿਧੀਆਂ 18 ਸਿੱਧੀਆਂ ਕਰਾਮਾਤੀ ਸ਼ਕਤੀਆਂ, ਰਿੱਧੀਆਂ ਸਿੱਧੀਆਂ ਦੀ ਵਿਸ਼ੇਸ਼ ਜੋ ਕਰਾਮਾਤੀ ਸ਼ਕਤੀ, ਰਿੱਧ ਆਨੰਦੀ ਅਤੁੱਟਤਾ ਆਦਿਕ ਬੇਅੰਤ ਪਦਾਰਥ ਕਰਤਾ ਪੁਰਖ ਨੇ ਦੇਣਾ ਕੀਤੇ ਹਨ। ਟੋਟ ਨ ਆਵੈ ਕਾਈ ਰਾਮ। ਰਾਮ ਹੈ ਭਾਈ ਹੁਣ ਕੁਝ ਵੀ ਘਾਟਾ ਨਹੀਂ ਆਉਂਦਾ ਹੈ। ਇਸੇ ਪ੍ਰਕਾਰ ਨਾਵ ਨਿਧ ਸਿੱਧ ਰਿੱਧ ਦੀਨੇ ਕਰਤੇ। ਨਵ ਦਾ ਭਗਤੀ ਰੂਪ 9 ਨਿਧੀਆਂ, ਸਭ ਪ੍ਰਕਾਰ ਦੀਆਂ ਸਿੱਧ ਮੁਕਤੀਆਂ ਅਤੇ ਨਾਮ ਰੂਪੀ ਅੰਨ ਦੀ ਅਤੁੱਟਤਾ ਬਖਸ਼ ਦਿੱਤੀ ਹੈ। ਕਰਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ। ਟੋਟ ਨ ਆਵੈ ਕਾਈ ਰਾਮ। ਜਿਸ ਦਾ ਰਾਮ ਹੈ ਭਾਈ ਕਿਸੇ ਪ੍ਰਕਾਰ ਵੀ ਘਾਟਾ ਨਹੀਂ ਆਉਂਦਾ ਹੈ। ਖਾਤ ਖਰਚਤ ਬਿਲਸਤ ਸੁਖ ਪਾਇਆ। ਆਪ ਪਦਾਰਥ ਖਾਂਦੇ ਆ ਤੇ ਸੰਬੰਧੀਆਂ ਦੇ ਤਾਂ ਹੀ ਖਰਚਦੇ ਆ। ਆਮ ਖਾਸ ਨੂੰ ਪਦਾਰਥ ਵੰਡਦੇ ਆ ਜਾਂ ਆਪ ਨਾਮ ਜਪਨ ਰੂਪੀ ਖਾਂਦੇ ਆ। ਸੰਬੰਧੀਆਂ ਜਗਿਆਸੂ ਸਿੱਖਾਂ ਤੋਂ ਜਪੋਂ ਰੂਪ ਖਰਚਦੇ ਆ। ਇਉਂ ਨਾਮ ਦਾ ਆਨੰਦ ਮਾਣਦੇ ਹੋਇਆ ਅਸਾਂ ਨੇ ਸੁਖ ਸਰੂਪ ਨੂੰ ਪਾਇਆ ਹੈ। ਕਰਤੇ ਕੀ ਦਾਤ ਸੁਵਾਈ ਰਾਮ। ਇਹ ਕਰਤਾ ਪੁਰਖ ਦੀ ਦਾਤ ਬਖਸ਼ਿਸ਼ ਦੂਣੀ ਚੌਗਣੀ ਹੈ। ਜਾਂ ਨਾਮ ਬ੍ਰਹਮ ਦੀ ਭਾਵ ਭਗਤੀ ਦੀ ਦਾਤ ਦੂਣੀ ਚੌਗਣੀ ਬਹੁਤ ਤੋਂ ਬਹੁਤ ਹੈ। ਰਾਮ ਇਹ ਭਾਈ ਦਾਤ ਸੁਵਾਈ ਨਖੁੱਟ ਨ ਜਾਈ। ਇਹ ਦਾਤ ਬਖਸ਼ਿਸ਼ ਦੂਣੀ ਚੌਗਣੀ ਵੱਧਦੀ ਹੀ ਜਾਂਦੀ ਹੈ, ਜੋ ਕਦੇ ਵੀ ਮੁੱਕਦੀ ਨਹੀਂ ਹੈ, ਮੁੱਕ ਕੇ ਕਿਤੇ ਦੂਰ ਨਹੀਂ ਜਾਂਦੀ। ਅੰਤਰ ਜਾਮੀ ਪਾਇਆ। ਇਸ ਨਾਮ ਬ੍ਰਹਮ ਦੀ ਭਾਵ ਭਗਤੀ ਦੀ ਦਾਤ ਕਰਕੇ ਸੰਤਾਂ ਮਹਾਤਮਾ ਨੇ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਇਹ ਪਰਮੇਸ਼ਰ ਪਾ ਲਿਆ ਹੈ। ਕੋਟ ਬਿਗਨ ਸਗਲੇ ਉਠ ਨਾਠੇ। ਉਹਨਾਂ ਦੇ ਕਰੋੜਾਂ ਹੀ ਰੁਕਾਵਟਾਂ ਪਾਉਣ ਵਾਲੇ ਪਾਪ ਕਰਮ ਸਾਰੇ ਉੱਠ ਕੇ ਨਸ ਗਏ ਹਨ। ਦੁਖ ਨਾ ਨੇੜੇ ਆਇਆ। ਅਤੇ ਜੰਮਣ ਮਨ ਰੂਪੀ ਆਦਿਕ ਕੋਈ ਵੀ ਦੁੱਖ ਨੇੜੇ ਨਹੀਂ ਆਉਂਦਾ। ਸਾਤ ਸਹਿਜ ਆਨੰਦ ਕਨੇਰੇ। ਹਿਰਦੇ ਅੰਦਰ ਪੂਰਨ ਸ਼ਾਂਤੀ ਭਾਵ ਟਿਕਾ, ਸਹਿਜ ਆਤਮ ਗਿਆਨ ਅਤੇ ਕਨੇਰੇ ਬੇਅੰਤ ਆਨੰਦ ਪ੍ਰਾਪਤ ਹੋਏ ਹਨ। ਇਸੇ ਪ੍ਰਕਾਰ ਸਾਤ ਸਹਿਜ ਆਨੰਦ ਕਨੇਰੇ। ਸ਼ਾਂਤੀ ਤੇ ਸਹਿਜ ਸਰੂਪ ਦਾ ਕਣਾ ਆਨੰਦ ਪ੍ਰਾਪਤ ਹੋਇਆ ਹੈ। ਬਿਨ ਸੇ ਭੂਖ ਸਬਾਈ। ਆਸਾ ਰੂਪੀ ਸਾਰੀ ਭੁੱਖ ਵੀ ਨਾਸ਼ ਹੋ ਗਈ ਹੈ। ਨਾਨਕ ਗੁਣ ਗਾਵਹਿ ਸੁਆਮੀ ਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਉਸ ਸਮਰੱਥ ਮਾਲਕ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ। ਅਚਰਜ ਜਿਸ ਵਡਿਆਈ ਰਾਮ। ਜਿਸ ਦੀ ਅਚਰਜ ਵਡਿਆਈ ਅਚਰਜ ਸ਼ੋਭਾ ਹੈ ਰਾਮ ਹੈ ਭਾਈ। ਜਿਸ ਕਾ ਕਾਰਜ ਤਿਨਹੀ ਕੀਆ। ਜਿਸ ਵਾਹਿਗੁਰੂ ਦਾ ਇਹ ਹਰਿਮੰਦਰ ਸਾਹਿਬ ਸਰੋਵਰ ਨੂੰ ਰਚਨ ਤੇ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਦਾ ਕੰਮ ਹੈ, ਉਸੇ ਨੇ ਹੀ ਇਹ ਕੀਤਾ ਹੈ। ਮਾਨਸ ਕਿਆ ਵਿਚਾਰਾ ਰਾਮ। ਰਾਮ ਹੈ ਭਾਈ ਮਨੁੱਖ ਵਿਚਾਰਾ ਕੀ ਹੈ, ਜੋ ਕੁਝ ਕਰ ਸਕੇ
ਭਾਵ ਮਨੁੱਖ ਵਿਚਾਰਾ ਆਪੇ ਕੁਝ ਨਹੀਂ ਕਰ ਸਕਦਾ ਹੈ। ਭਗਤ ਸੋਹਨ ਹਰ ਕੇ ਗੁਣ ਗਾਵਹਿ। ਭਗਤੀ ਕਰਨ ਵਾਲੇ ਸੇਵਕ ਸਦਾ ਸੋਭਦੇ ਨੇ ਜੋ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਸਦਾ ਕਰਹਿ ਜੈਕਾਰਾ ਰਾਮ। ਅਤੇ ਸਦਾ ਹਮੇਸ਼ਾ ਪਰਮੇਸ਼ਰ ਦਾ ਜੈ ਜੈਕਾਰ ਕਰਦੇ ਨੇ। ਰਾਮ ਹੈ ਭਾਈ। ਗੁਣ ਗਾਏ ਗੋਬਿੰਦ ਆਨੰਦ ਉਪਜੇ। ਪਰਮੇਸ਼ਰ ਦੇ ਗੁਣ ਗਾਉਣ ਕਰਕੇ ਭਗਤ ਜਨਾਂ ਨੂੰ ਹਿਰਦੇ ਅੰਦਰ ਆਨੰਦ ਪੈਦਾ ਹੁੰਦਾ ਹੈ। ਸਾਧ ਸੰਗਤ ਸੰਗ ਬਾਣੀ। ਅਤੇ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਦੇ ਨਾਲ ਪ੍ਰੀਤੀ ਬਣਾਉਂਦੀ ਹੈ ਜਾਂ ਸਾਧ ਸੰਗਤ ਨਾਲ ਮਿਲ ਕੇ ਸ਼ੁਭ ਗੁਣਾਂ ਦੀ ਬਗੀਚੀ ਪ੍ਰਫੁੱਲਤ ਹੋ ਜਾਂਦੀ ਹੈ। ਜਿਨ ਉਦਮ ਕੀਆ ਤਾਲ ਕੇਰਾ। ਫਿਰ ਜੇ ਸੰਤਰ ਜਾਮੀ ਜੀ ਨੇ ਜਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਬਣਾਉਣ ਦਾ ਇਹ ਉਦਮ ਕੀਤਾ ਹੈ। ਤਿਸ ਕੀ ਉਪਮਾ ਕਿਆ ਗਾਨੀ। ਤਿੰਨਾਂ ਦੀ ਜਿਹੜੀ ਉਪਮਾ ਹੈ, ਮਹਿਮਾ ਹੈ, ਅਸੀਂ ਕੀ ਗਣੀਏ। ਜਿਨ੍ਹਾਂ ਇਹ ਯਤਨ ਕੀਤਾ ਹੈ, ਕਿਹੜੀ ਕਿਹੜੀ ਵਿਚਾਰ ਕਰੀ ਉਹਨਾਂ ਦੀ ਉਪਮਾ ਬਾਰੇ। ਭਾਵ ਉਹਨਾਂ ਦੀ ਬੇਅੰਤ ਵਡਿਆਈ ਹੈ। ਇਸੇ ਪ੍ਰਕਾਰ ਜਿਨ ਉਦਮ ਕੀਆ ਤਾਲ ਕੇਰਾ। ਜਿਸ ਨੇ ਅੰਤਕਰਨ ਰੂਪੀ ਤਾਲ ਦੇ ਵਿੱਚ ਨਾਮ ਰੂਪ ਜਲ ਪਾਉਣ ਦਾ ਉਦਮ ਕੀਤਾ ਹੈ। ਇਸੇ ਪ੍ਰਕਾਰ ਜਿਨ ਉਦਮ ਕੀਆ ਤਾਲ ਕੇਰਾ। ਜਿਸ ਜਗਿਆਸੂ ਨੇ ਹਿਰਦੇ ਵਿੱਚ ਨਿਮਰਤਾ ਰੂਪ ਤਾਲ ਲਾਉਣ ਦਾ ਉਦਮ ਕੀਤਾ ਹੈ। ਤਿਸ ਕੀ ਉਪਮਾ ਕਿਆ ਗਾਨੀ। ਸੋ ਤਿਸ ਦੀ ਜਿਹੜੀ ਉਪਮਾ ਮਹਿਮਾ ਹੈ ਉਹ ਕੀ ਗਿਣ ਕੇ ਦਸੀਏ। ਭਾਵ ਉਸ ਦੀ ਵੀ ਬੇਅੰਤ ਮਹਿਮਾ ਹੈ। 68 ਤੀਰਥ ਪੁੰਨ ਕਿਰਿਆ। 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ, ਨੇਤੀ ਧੋਤੀ ਪ੍ਰਾਣਾਯਾਮ ਦੀ ਕਿਰਿਆ ਜਾਂ ਜੰਗੇ ਕਰਮ ਕਰਨ ਦਾ ਜੋ ਪੁੰਨ ਹੈ। ਮਹਾ ਨਿਰਮਲ ਚਾਰਾ। ਜੋ ਬਹੁਤ ਉਜਲ ਆਚਰਨ ਦਾ ਫਲ ਹੈ ਉਹ ਸਭ ਇਸ ਸਰੋਵਰ ਦੇ ਵਿੱਚ ਜਾਂ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਹੀ ਪ੍ਰਾਪਤ ਹੋ ਜਾਵੇਗਾ। ਪਤਿਤ ਪਾਵਨ ਬਿਰਦ ਸੁਆਮੀ। ਪਾਪੀ ਜੀਵਾਂ ਨੂੰ ਪਵਿੱਤਰ ਕਰਨਾ ਉਸ ਮਾਲਕ ਪਰਮੇਸ਼ਰ ਦਾ ਬਿਰਦ ਸੁਭਾਅ ਹੈ। ਸੁਤੇ ਸਿੱਧੀ ਉਹਦਾ ਧਰਮ ਹੈ। ਨਾਨਕ ਸ਼ਬਦ ਅਦਾਰਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਅਸਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਉਸੇ ਵਾਹਿਗੁਰੂ ਦਾ ਆਸਰਾ ਲੈਣਾ ਕੀਤਾ ਹੈ। ਗੁਣ ਨਿਦਾਨ ਮੇਰਾ ਪ੍ਰਭ ਕਰਤਾ। ਉਹ ਜਿਹੜਾ ਮੇਰਾ ਪਰਮੇਸ਼ਰ ਕਰਤਾ ਰਚਨਹਾਰ ਤੇ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਉਸਤਤ ਕੌਣ ਕਰੀਜੈ ਰਾਮ। ਉਹਦੀ ਕਿਹੜੀ ਕਿਹੜੀ ਵਡਿਆਈ ਕਰੀਏ। ਰਾਮ ਹੈ ਭਾਈ। ਭਾਵ ਬੇਅੰਤ ਵਡਿਆਈ ਹੈ। ਸੰਤਾਂ ਕੀ ਬੇਨੰਤੀ ਸੁਆਮੀ। ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਜਨਾਂ ਦੀ ਇਹੀ ਬੇਨਤੀ ਅਰਦਾਸ ਹੈ। ਨਾਮ ਮਹਾਰਸ ਦੀਜੈ ਰਾਮ। ਕਿ ਹੇ ਸੁਆਮੀ ਮਾਲਕ ਵਾਹਿਗੁਰੂ, ਸਾਨੂੰ ਆਪਣੇ ਨਾਮ ਦਾ ਵੱਡਾ ਰਸ ਦੇਣਾ ਕਰੋ। ਜੋ ਤੇਰਾ ਨਾਮ ਵੱਡੇ ਬ੍ਰਹਮਾਨੰਦ ਦੇ ਰਸ ਨੂੰ ਦੇਣ ਵਾਲਾ, ਉਹ ਨਾਮ ਸਾਨੂੰ ਸਿਮਰਨ ਲਈ ਬਖਸ਼ਿਸ਼ ਕਰ ਦੇਣਾ ਕਰੋ ਜੀ। ਨਾਮ ਦੀਜੈ ਦਾਨ ਕੀਜੈ। ਇਹ ਮਹਾਰਾਜ ਸਾਹਿਬ ਆਪ ਨਾਮ ਸਾਨੂੰ ਦੇਣਾ ਕਰੋ, ਸਾਨੂੰ ਇਹ ਦਾਨ ਵੀ ਕਰ ਦੇਵੋ। ਭਾਵ ਕਿ ਦਾਨ ਦਿੱਤੀ ਹੋਈ ਚੀਜ਼ ਬਾਅਦ ਵਿੱਚ ਵਾਪਸ ਨਹੀਂ ਲਈਦੀ। ਤੇ ਇਸ ਲਈ
ਬਿਸਰ ਨਾਹੀ ਇੱਕ ਖਿਨੋ, ਇੱਕ ਛਿਨ ਮਾਤਰ ਵੀ ਸਾਨੂੰ ਕਦੇ ਵੀ ਨਾ ਭੁੱਲੋ ਜੀ। ਗੁਣ ਗੋਪਾਲ ਉਚਰ ਰਸਨਾ, ਆਪਣੀ ਜ਼ੁਬਾਨ ਨਾਲ ਐਸੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰੀਏ। ਸਦਾ ਗਾਈਐ ਆਨੰਦ ਨੋ, ਤੇ ਦਿਨ ਰਾਤ ਹਮੇਸ਼ਾ ਹੀ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਗਾਉਂਦੇ ਰਹੀਏ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਜਿਸ ਦੀ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਭਾਵ ਲਗਨ ਲੱਗੀ ਹੈ। ਮਨ ਤਨ ਅੰਮ੍ਰਿਤ ਭੀਜੈ, ਉਸ ਦਾ ਮਨ ਹਿਰਦਾ ਤੇ ਤਨ ਸਰੀਰ ਰੋਮ ਰੋਮ ਕਰਕੇ ਅੰਮ੍ਰਿਤ ਆਨੰਦ ਨਾਲ ਭਿੱਜ ਜਾਂਦਾ ਹੈ। ਬਿਨਵੰਤ ਨਾਨਕ ਇਛ ਪੁੰਨੀ, ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਸਾਡੀ ਸਾਰੀ ਇੱਛਾ ਪੂਰੀ ਹੋ ਗਈ ਹੈ। ਵੇਖ ਦਰਸ਼ਨ ਜੀਜੈ, ਅੱਜ ਤਾਂ ਅੰਤਰਜਾਮੀ ਦੇ ਦਰਸ਼ਨ ਦੀਦਾਰ ਵੇਖ ਕੇ ਹੀ ਜਿਉਂਦੇ ਹਾਂ। ਰਾਗ ਸੂਹੀ, ਰਾਗ ਦਾ ਨਾਮ ਹੈ ਸੂਹੀ। ਮਹੱਲਾ ਪੰਜਵਾ, ਇਸ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਸ਼ੰਤ ਇਹ ਜਸ ਰੂਪ ਬਾਣੀ ਹੈ ਜਿਹਦੇ ਵਿੱਚ ਸੰਗੀਤ ਹੈ, ਸੁਰ ਹੈ ਅਤੇ ਤਾਲ ਹੈ। ਏਕ ਓੰਕਾਰ, ਇੱਕ ਦੁਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਹੈ, ਚਿਤ ਹੈ, ਆਨੰਦ ਰੂਪ ਹੈ। ਐਸੇ ਸਤ ਚਿਤ ਆਨੰਦ ਰੂਪ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੈ? ਇੱਕ ਓੰਕਾਰ ਸਤ ਚੇਤਨ ਆਨੰਦ ਰੂਪ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਹੁੰਦੀ ਹੈ ਜੀ। ਮੈਠ ਬੋਲੜਾ ਜੀ, ਜਦ ਸਰੋਵਰ ਦੀ ਕਾਰ ਕਰਕੇ ਪਰਮਾਤਮਾ ਜੀ ਦੇਵਤਿਆਂ ਦੇ ਭਗਤਾਂ ਸਮੇਤ ਅਲੋਪ ਹੋ ਗਏ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮੰਜੀ ਸਾਹਿਬ ਦੀਵਾਨ ਦੇ ਵਿੱਚ ਆ ਕੇ ਬੈਠ ਗਏ। ਉਸ ਵੇਲੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਕਿ ਇਹ ਸਤਿਗੁਰੂ ਜੀ, ਉਹਨਾਂ ਅਗੰਮੀ ਰੂਹਾਂ ਨੇ ਤੁਹਾਡੇ ਨਾਲ ਕਿਹੋ ਜਿਹੇ ਬਚਨ ਵਿਲਾਸ ਕੀਤੇ ਸਨ? ਤਦ ਮਹਾਰਾਜ ਫਰਮਾਉਂਦੇ ਨੇ, ਮੈਠ ਬੋਲੜਾ ਜੀ, ਹੇ ਸੰਤ ਜੀਓ, ਉਹ ਵਾਹਿਗੁਰੂ ਜਿਹੜਾ ਹੈ ਬੜਾ ਮਿੱਠੇ ਪਿਆਰੇ ਬਚਨ ਬੋਲਣ ਵਾਲਾ ਹੈ। ਹਰ ਸੱਜਣ ਸੁਆਮੀ ਮੋਰਾ, ਮੇਰਾ ਇਸ ਲੋਕ ਦਾ ਸੱਜਣ ਮਿੱਤਰ ਤੇ ਪਰਲੋਕ ਵਿੱਚ ਰੱਖਿਆ ਕਰਨ ਵਾਲਾ ਜਿਹੜਾ ਮਾਲਕ ਹਰੀ ਪਰਮੇਸ਼ਰ ਹੈ, ਉਹ ਬਹੁਤ ਹੀ ਮਿੱਠਾ ਤੇ ਪਿਆਰਾ ਬੋਲ ਬੋਲਦਾ ਹੈ। ਹਉ ਸੰਮਲ ਥਕੀ ਜੀ, ਮੈਂ ਸਾਰੀਆਂ ਅਵਸਥਾ ਵਿੱਚ ਸੰਭਾਲ ਕੇ ਥੱਕ ਗਈ ਹਾਂ, ਹਾਰ ਗਈ ਹਾਂ, ਭਾਵ ਵੇਖ ਪਰਖ ਕੇ ਥੱਕ ਗਈ ਹਾਂ। ਪਰ ਉਹ ਕਦੇ ਨਾ ਬੋਲੇ ਕੌਰਾ, ਉਹ ਪਿਆਰਾ ਪਰਮੇਸ਼ਰ ਕਦੇ ਵੀ ਕੜਵਾ ਦੁਖਦਾਇਕ ਬਚਨ ਨਹੀਂ ਬੋਲਦਾ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੇਖੋ, ਲੋਕਾਂ ਨੇ ਪੱਥਰ ਵੀ ਮਾਰੇ ਤੇ ਅੱਗ ਵਿੱਚ ਸਾੜਿਆ ਵੀ। ਵਲੀ ਕੰਧਾਰੀ ਨੇ ਪਹਾੜੀ ਦੀ ਪਹਾੜੀ ਰੇੜ ਦਿੱਤੀ ਕਿ ਥੱਲੇ ਆ ਗਿਆ ਪਿਆ ਵੀ ਖਤਮ ਹੋ ਜਾਣਗੇ। ਪਰ ਮਜਾਲ ਹੈ ਮਹਾਰਾਜ ਨੇ ਕੋਈ ਕਿਹਾ ਹੋਵੇ, ਉਹ ਤੂੰ ਮਰ ਜਾਓ, ਤੇਰਾ ਬੇੜਾ ਬਹਿ ਜਿਓ, ਤੇਰਾ ਕੱਖ ਨਾ ਰਹੇ। ਇਹੋ ਜਿਹੇ ਬਚਨ ਸੁਣੇ ਕਦੀ ਜਨਮ ਸਾਖੀ? ਬਿਲਕੁਲ ਨਹੀਂ। ਸਤਿਗੁਰੂ ਤੇਗ ਬਹਾਦਰ ਮਹਾਰਾਜ ਲੋਹ ਪਿੰਜਰੇ 'ਚ ਔਰੰਗਜ਼ੇਬ ਨੇ ਕੈਦ ਕੀਤੇ ਨੇ ਤੇ ਪਿੰਜਰੇ 'ਚ ਬਹਿ ਕੇ ਉਹਨਾਂ ਨੇ ਭੋਗ ਦੇ ਸ਼ਲੋਕ ਉਚਾਰੇ। ਮੈਂ ਤਾਂ ਹਮੇਸ਼ਾ ਹੀ ਜਦ ਭੋਗ ਪੈਂਦਾ ਤੇ ਲੋਹ ਪਿੰਜਰੇ 'ਚ ਬੈਠੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਹੀ ਸੋਚਦਾ ਰਹਿੰਦਾ ਵੀ ਵੇਖੋ, ਸਾਨੂੰ ਕੋਈ ਛੋਟੀ ਜਿਹੀ ਗੱਲ ਚੁਭਵੀਂ ਕਰ ਜਾਏ, ਆਪਾਂ ਜਿੰਨਾ ਚਿਰ 50 ਬੰਦਿਆਂ ਨੂੰ ਨਾ ਦੱਸ ਦਈਏ
ਵੀ ਤਰਸੇਮ ਸਿੰਘ ਨੇ ਮੈਨੂੰ ਮਾੜਾ ਆਖਿਆ ਜੀ, ਉਹਨੂੰ ਸਮਝਾਓ। ਸਾਨੂੰ ਸ਼ਾਂਤੀ ਨਹੀਂ ਆਉਂਦੀ। ਕਿਸੇ ਨੂੰ ਉਲਟਾ ਜਵਾਬ ਨਾ ਦੇ ਦਈਏ ਉਹਨਾਂ ਚਿਰ ਮਨ ਟਿਕਦਾ ਨਹੀਂ। ਪਰ ਗੁਰੂ ਸਾਹਿਬ ਧੰਨ ਨੇ, ਤਾਈਓ ਦੁਨੀਆ ਲੋਕ ਇਹਨਾਂ ਨੂੰ ਮੱਥਾ ਟੇਕਦੇ ਨੇ। ਇਹਨਾਂ ਨੂੰ ਮੱਥਾ ਤਾਈਓ ਟੇਕਦੇ ਨੇ ਵੀ ਇਹਨਾਂ ਵਿੱਚ ਗੁਣ ਹਨ, ਨਿਮਰਤਾ ਵਾਲੇ, ਭਾਵਨਾ ਵਾਲੇ, ਸ਼ਰਧਾ ਪਿਆਰ ਦੇ ਬੋਲ ਵਾਲੇ। ਕਦੀ ਕਿਸੇ ਨੂੰ ਮਹਾਰਾਜ ਨੇ ਕੌੜਾ ਨਹੀਂ ਬੋਲਿਆ। ਜਿਨ੍ਹਾਂ ਗੁਰੂ ਸਾਹਿਬ ਦਾ ਸੀਸ ਲਿਆ ਤੇ ਲੋਹ ਪਿੰਜਰੇ ਦੇ ਵਿੱਚ ਜਿਹ 'ਚ ਨਾ ਬੈਠਾ ਜਾਏ ਨਾ ਖਲੋਤਾ ਜਾਏ, ਇਹੋ ਜਿਹੇ ਪਿੰਜਰੇ 'ਚ ਕੈਦ ਕੀਤਾ, ਉਹਨਾਂ ਨੂੰ ਵੀ ਨਹੀਂ ਬੁਰਾ ਆਖਿਆ। ਕਿਤੇ ਸ਼ਲੋਕਾਂ 'ਚ ਕਿਤੇ ਦੇਖੋ ਥੋੜ੍ਹਾ ਬਹੁਤਾ ਉਦਾਸੀਨਤਾ ਵਾਲਾ ਬਚਨ ਵੀ ਨਹੀਂ ਹੈ। ਬੜੇ ਵੈਰਾਗਮਈ, ਨਾਮ ਜਪਣ ਵਾਲੇ ਤੇ ਸੇਵਾ ਸਿਮਰਨ ਵਾਲੇ ਪਾਵਨ ਉਪਦੇਸ਼ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਰਾ ਜ਼ੋਰ ਲਾਤਾ ਚੰਦੂ ਨੇ ਦੁੱਖ ਦੇਣ ਖਾਤਰ। ਤਤੀ ਤਵੀ ਤੇ ਬਿਠਾਇਆ ਕਿ ਤਾਂ ਉਹਨਾਂ ਦੀ ਬਾਣੀ 'ਚੋਂ ਲੱਭ ਕੇ ਦਿਖਾਓ ਚੰਦੂ ਦਾ ਨਾਮ। ਬਿਲਕੁਲ ਨਹੀਂ। ਇਸ ਲਈ ਗੁਰੂ ਮਹਾਰਾਜ ਨੂੰ ਆਪਾਂ ਮੱਥਾ ਟੇਕਦੇ ਹਾਂ। ਸਤਿਗੁਰੂ ਦੀ ਬਾਣੀ ਕੇਵਲ ਨਿਰੋਲ ਪਰਮਾਤਮਾ ਦੇ ਉਪਦੇਸ਼ ਦੀ ਹੈ। ਉਹਦਾ ਨਾਮ ਜਪੋ, ਉਹਦੀ ਸੇਵਾ ਕਰੋ। ਕਿਸੇ ਤੇ ਕੋਈ ਤਵਾ ਨਹੀਂ ਲਾਇਆ ਵੀ ਚੰਦੂ ਮਾੜਾ, ਰੰਗਜੇ ਮਾੜਾ, ਜਾਂ ਮੁਸਲਮਾਨ ਮਾੜੇ, ਜਾਂ ਹਿੰਦੂ ਮਾੜੇ। ਬਿਲਕੁਲ ਨਹੀਂ। ਨਾਮ ਦਾ ਉਪਦੇਸ਼ ਦਿੱਤਾ, ਜਿਹੜਾ ਮੰਨ ਲੈ ਉਹ ਸਿੱਖ ਹੈ ਤੇ ਗੁਰੂ ਸਾਹਿਬ ਦਾ ਅੰਮ੍ਰਿਤ ਛਕ ਲੈ ਉਹ ਖਾਲਸਾ ਹੈ। ਭਾਵੇਂ ਕਿਹੜਾ ਮਰਜ਼ੀ ਹੈ, ਸਭਨਾਂ ਦਾ ਸਤਿਗੁਰੂ ਸਭਨਾਂ ਦਾ ਭਲਾ ਮਨਾਈਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਹੋ ਜਿਹੇ ਗੁਰੂ ਸਾਹਿਬ ਦਾ ਜਿਹੜੇ ਲੋਕ ਬੁਰਾ ਕਰਦੇ ਨੇ, ਨਿੰਦਿਆ ਕਰਦੇ ਨੇ। ਅੱਜ ਕੱਲ੍ਹ ਨਵਾਂ ਹੀ ਕੰਮ ਚੱਲ ਪਿਆ, ਜਿਹੜਾ ਮੂੰਹ ਚੁੱਕਦਾ ਪਤਾ ਨਹੀਂ ਕੌਣ ਭੇਜਦਾ ਇਹਨਾਂ ਲੋਕਾਂ ਨੂੰ। ਕੁਝ ਦੱਸਦੇ ਵੀ ਨਹੀਂ ਗੇ ਉਹ ਵੀ ਸਾਨੂੰ ਫਲਾਣੇ ਭੇਜਿਆ। ਆਪਣੇ ਆਪ ਤਾਂ ਕੋਈ ਇਸ ਤਰ੍ਹਾਂ ਕਰਦਾ ਨਹੀਂ। ਪੈਸੇ ਪੂਸੇ ਲੈ ਕੇ ਤੇ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਘੋਰ ਬੇਅਦਬੀ ਕਰਦੇ ਨੇ। ਗੁਰੂ ਘਰਾਂ ਦੀ ਮਰਯਾਦਾ ਹੈ ਕਿ ਗੁਰਦੁਆਰੇ ਖੁੱਲ੍ਹੇ ਰਹਿੰਦੇ ਨੇ। ਡਰ ਤਾਂ ਉਸ ਬੰਦੇ ਨੂੰ ਹੈ ਜਿਹੜਾ ਬੰਦਾ ਚੋਰ ਚੱਕਾ। ਗੁਰਦੁਆਰੇ ਨੂੰ ਕਾਹਦਾ ਡਰ? ਇਸ ਲਈ ਇੱਥੇ ਕੋਈ ਸਿਕਿਉਰਿਟੀ, ਕੋਈ ਪਹਿਰੇਦਾਰ ਨਹੀਂ ਹੁੰਦਾ, ਕੋਈ ਡਰ ਡੁੱਕਰ ਨਹੀਂ। ਕਿਉਂਕਿ ਮਹਾਰਾਜ ਦਾ ਨਾਮ, ਬਾਣੀ ਦਾ ਉਪਦੇਸ਼ ਹੈ। ਤੇ ਮੂਰਖ ਲੋਕ ਖਾਲੀ ਗੁਰਦੁਆਰਿਆਂ 'ਚ ਵੜ ਜਾਂਦੇ ਨੇ ਤੇ ਸ਼ਾਂਤਮਈ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਪਾਠ ਕਰਨ ਦੀ ਬਜਾਏ, ਦਰਸ਼ਨ ਕਰਨ ਦੀ ਬਜਾਏ ਬੇਅਦਬੀ ਕਰਨ ਲੱਗ ਪੈਂਦੇ ਨੇ। ਇਹ ਨਵਾਂ ਹੀ ਕੰਮ ਹੈ ਰਾਜਨੀਤਿਕ ਲੋਕਾਂ ਦਾ। ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ਣ। ਆਪਾਂ ਵਿਚਾਰ ਕਰ ਰਹੇ ਸੀ ਮਿੱਠ ਬੋਲੜਾ ਜੀ। ਕਦੀ ਕੋਈ ਮਹਾਰਾਜ ਨੇ ਕਿਸੇ ਨੂੰ ਗਾਲ ਨਹੀਂ ਕੱਢੀ, ਕੋਈ ਮੰਦਾ ਨਹੀਂ ਬੋਲਿਆ। ਸਤਿਗੁਰੂ ਜੀ ਦਸੇ ਪਾਤਸ਼ਾਹੀਆਂ ਬੜੇ ਮਿੱਠੇ ਤੇ ਪਿਆਰੇ ਬਚਨ ਬੋਲਦੇ ਰਹੇ। ਉਹ ਜਿਹੜਾ ਵਾਹਿਗੁਰੂ ਹੈ ਉਹ ਵੀ ਮਿੱਠੇ ਪਿਆਰੇ ਬਚਨ ਬੋਲਣ ਵਾਲਾ ਹੈ। ਹੇ ਪਿਆਰੇ ਸੰਤ ਜੀ, ਹਰ ਸੱਜਣ ਸੁਆਮੀ ਮੋਰਾ। ਜਿਹੜਾ ਉਹ ਮੇਰਾ ਸੱਜਣ ਤੇ ਮਾਲਕ ਹੈ ਲੋਕ ਪਰਲੋਕ ਦਾ। ਹਉ ਸੰਮਲ ਥਕੀ ਜੀ। ਮੈਂ ਸਾਰੀਆਂ ਅਵਸਥਾ ਵਿੱਚ ਸੰਭਾਲ ਕੇ ਥੱਕ ਗਈ ਹਾਂ, ਪਰਖ ਕੇ ਹੰਭ ਗਈ ਹਾਂ। ਉਹ ਕਦੇ ਨਾ ਬੋਲੇ ਕੌਰਾ। ਪਰ ਉਹ ਪਿਆਰਾ ਪਰਮੇਸ਼ਰ ਕਦੇ ਵੀ ਕੜਵਾ ਦੁਖਦਾਇਕ ਬਚਨ ਨਹੀਂ ਬੋਲਦਾ ਹੈ। ਭਲਾ ਜੀ, ਭਲਾ ਜੀ, ਭਲਾ ਜੀ। ਇਹ ਬਚਨ ਕਦੋਂ ਆਖੇ ਤੇ ਕਿੰਨੇ ਆਖੇ? ਇਹ ਬਚਨ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਖੇ। ਕਦੋਂ ਆਖੇ? ਜਦ ਬਾਬਾ ਬਕਾਲਾ ਸਾਹਿਬ ਜੀ ਵਿਖੇ ਜਿਹੜਾ ਮਹਾਰਾਜ ਦਾ ਰਿਸ਼ਤੇਦਾਰੀ ਸਾਧ ਸੰਗਤ ਜੀ ਉਹ ਧੀਰਮਲ ਸੀ, ਉਹਨੇ ਆਪਣੇ ਸ਼ੀਹੇ ਮਸੰਦ ਤੋਂ ਗੁਰੂ ਸਾਹਿਬ ਤੇ ਗੋਲੀ ਚਲਵਾਈ ਤੇ ਮਹਾਰਾਜ ਦੇ ਕੰਨ ਦੇ ਨਾਲ ਖਹਿ ਕੇ ਲੰਘ ਗਈ, ਛੂੰ ਕਰਕੇ। ਹੋਇਆ ਕੁਛ ਨਹੀਂ। ਮਾਤਾ ਨਾਨਕੀ ਜੀ ਭੱਜ ਕੇ ਅੱਗੇ ਆਏ, ਮੱਥਾ ਚੁੰਮਿਆ, ਚਿਹਰੇ ਨੂੰ ਵੇਖਿਆ, ਆਖਿਆ ਹੋ ਇੰਨੇ ਭੈੜੇ ਲੋਕ, ਇੰਨੇ ਲਾਲਚੀ, ਜਿਨ੍ਹਾਂ ਮੇਰੇ
ਸਾਹਿਬਜ਼ਾਦੇ ਸਤਿਗੁਰਾਂ ਦੀ ਗੋਲੀ ਚਲਾਈ। ਤੇ ਇਉਂ ਮਾਤਾ ਜੀ ਨੇ ਬੜਾ ਅਫਸੋਸ ਕੀਤਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀ ਆਖਿਆ? ਭਲਾ ਧੀਰ ਮੱਲਾ, ਭਲਾ ਧੀਰ ਮੱਲਾ। ਗਾਲ ਨਹੀਂ ਕੱਢੀ, ਘੁੰਮਣ ਦਾ ਨਹੀਂ ਆਖਿਆ, ਕੋਈ ਅਫਸੋਸ ਨਹੀਂ ਕੀਤਾ। ਇਹੀ ਆਖਿਆ ਵੀ ਭਲਾ ਧੀਰ ਮੱਲਾ, ਭਲਾ ਧੀਰ ਮੱਲਾ। ਜਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵੱਖੀ ਦੇ ਵਿੱਚ ਬਾਬੇ ਦਾਤੂ ਨੇ ਲੱਤ ਮਾਰੀ ਤੇ ਧੰਨ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਚਰਨ ਘੁੱਟਣੇ ਸ਼ੁਰੂ ਕਰਤੇ। ਆਖਿਆ ਬਾਬਾ ਜੀ ਤੁਸੀਂ ਵੱਡੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਹੋ, ਮੈਂ ਤਾਂ ਬੁੱਢਾ ਬੰਦਾ, ਹੱਡ ਮੇਰੇ ਨਿਕਲੇ ਹੋਏ, ਤੁਹਾਡੇ ਚਰਨੋਂ ਹੱਡ ਵੱਜ ਕੇ ਸਖਤੀ ਦੇ ਨਾਲ, ਕਿਉਂਕਿ ਸਰੀਰ ਮੇਰਾ ਸਖਤ ਹੈ, ਮਾਸ ਥੋੜ੍ਹਾ, ਅਤੇ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਊਗੀ, ਇਹਦੇ 'ਚ ਦਰਦ ਹੋਈ ਹੋਊਗੀ। ਜਦ ਆਖਿਆ ਵੀ ਦਰਦ ਹੋਈ ਹੋਊਗੀ, ਉਸੇ ਵਕਤ ਦੀ ਪੀੜ ਨਿਕਲਣ ਲੱਗ ਪਈ। ਆਖਿਆ ਮਹਾਰਾਜ ਨੇ ਸੁੱਤੇ ਸਿੱਧੀ ਕੋਈ ਸ਼ਰਾਪ ਨਹੀਂ ਦਿੱਤਾ, ਪਰ ਬੋਲ ਨਿਕਲ ਗਿਆ ਕਿ ਪੈਰ 'ਚ ਦਰਦ ਹੋਈ ਹੋਊਗੀ। ਜਿਉਂ ਚੀਸ ਪਈ, ਰੱਬ 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 ਰੱਬ, ਉਹਨੇ ਤਾਂ ਜਾਨ ਕੱਢਤੀ। ਉਹ ਲੇਟਣੀਆਂ ਲੈਣ ਲੱਗ ਪਿਆ ਅਤੇ ਉਹ ਚੀਸ ਬੰਦ ਨਹੀਂ ਹੋਈ। ਮੁੜ ਕੇ ਉਹਨੇ ਆਪਦਾ ਕੀਤਾ ਪਾਇਆ, ਕਾਫੀ ਚਿਰ ਦੁੱਖ ਭੋਗਿਆ। ਉਦੋਂ ਬੰਦ ਹੋਈ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨੀ ਹੱਥ ਲਾਇਆ ਅਤੇ ਮਾਫੀ ਮੰਗੀ। ਗੁਰੂ ਅਮਰਦਾਸ ਜੀ ਤਾਂ ਉਸੇ ਵਕਤ ਹੀ ਨਿਕਲ ਗਏ, ਗੋਂਦਵਾਲ ਛੱਡ ਗਏ। ਬਾਸਰ ਕੇ ਗੱਲਾਂ, ਜਿੱਥੇ ਮਹਾਰਾਜ ਦੀ ਪੈਲੀ 'ਚ ਕੋਠਾ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਸੁਸ਼ੋਭਿਤ ਹੈ, ਉੱਥੇ ਜਾ ਕੇ ਚੌਂਕੜਾ ਮਾਰ ਕੇ ਵਿਰਾਜਮਾਨ ਹੋ ਗਏ ਅਤੇ ਬੂਹੇ ਅੱਗੇ ਫੱਟੀ ਲੈ ਕੇ ਲਾਤੀ ਵੀ ਜਿਹੜਾ ਬੂਹਾ ਖੋਲ੍ਹ ਕੇ ਸਾਨੂੰ ਪ੍ਰਗਟ ਕਰੂਗਾ ਉਹਦਾ ਮੂੰਹ ਕਾਲਾ ਕਰਾਂਗੇ, ਕੋਈ ਬੂਹਾ ਨਾ ਖੋਲ੍ਹੇ। ਅਤੇ ਬਾਬੇ ਬੁੱਢੇ ਨੇ ਸੰਗਤਾਂ ਦੇ ਵਚਨ ਮੰਨ ਕੇ ਪਿਛਲੇ ਪਾਸੇ ਸੰਨ ਲਾਈ ਅਤੇ ਸਾਹਿਬਾਂ ਨੂੰ ਬੇਨਤੀ ਕਰਕੇ ਬਾਹਰ ਲਿਆਂਦਾ। ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜਿਹੜੇ ਕਦੇ ਵੀ ਕੌੜਾ ਨਹੀਂ ਬੋਲਦੇ। ਕੌੜਾ ਬੋਲ ਨ ਜਾਣੈ ਪੂਰਨ ਭਗਵਾਨ, ਜੋ ਸਭ ਤਾਈਂ ਵਿਆਪਕ ਖਟ ਭੰਗਾ ਸਪੰਨ ਪਰਮੇਸ਼ਰ ਹੈ। ਉਹ ਕੜਵਾ ਦੁਖਦਾਇਕ ਵਚਨ ਦਾ ਬੋਲਣਾ ਉੱਕਾ ਹੀ ਨਹੀਂ ਜਾਣਦਾ, ਉਹਨੂੰ ਆਉਂਦਾ ਹੀ ਨਹੀਂ ਵੀ ਕੌੜਾ ਕਿਵੇਂ ਬੋਲਣਾ ਹੈ। ਔਗਣ ਕੋ ਨਾ ਚਿਤਾਰੇ, ਜਿਹੜੇ ਔਗਣ ਕਰਦੇ ਨੇ ਉਹਨਾਂ ਦੀ ਔਗਣਾਂ ਨੂੰ ਵੀ ਨਹੀਂ ਚਿਤਾਰਦਾ, ਆਪਦੇ ਸੇਵਕਾਂ ਦੀ ਔਗਣਾਂ ਨੂੰ, ਗੁਨਾਹਾਂ ਨੂੰ ਚੇਤੇ ਨਹੀਂ ਕਰਦਾ। ਜਿਸ ਵਕਤ ਭਾਈ ਗੌਰੇ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੌਰ ਬਰਦਾਰ ਨੂੰ ਗੋਲੀ ਮਾਰ ਕੇ ਮਾਰਤਾ ਅਤੇ ਮਹਾਰਾਜ ਨੇ 101 ਸ਼ਰਾਪ ਦਿੱਤਾ। 101 ਵੀ ਜਾ ਮਰ ਜਾ, ਮੁੱਕ ਜਾ, ਤੂੰ ਸਾਡੇ ਸਾਹਮਣੇ ਸਾਡੇ ਚੌਰ ਬਰਦਾਰ ਨੂੰ ਮਾਰਤਾ ਹੋਏ, ਸਾਡੇ ਨਾਲ ਗੱਲ ਕਰਦਾ। ਜਦ ਮਹਾਰਾਜ ਨੇ ਆਖਿਆ ਵੀ ਸਾਡੇ ਮੱਥੇ ਨਾ ਲੱਗੇ, ਭਾਈ ਗੌਰਾ ਬੜਾ ਦੁਖੀ ਹੋਇਆ, ਉਹਨੇ ਘਰ ਬਾਰ ਛੱਡਤਾ। ਆਖਿਆ ਮੇਰਾ ਕੀ ਫਾਇਦਾ ਜ਼ਿੰਦਗੀ ਜਿਉਣ ਦਾ ਜੇ ਮੇਰਾ ਗੁਰੂ ਹੀ ਮੇਰੇ 'ਤੇ ਨਾਰਾਜ਼ ਹੈ। ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਅਤੇ ਜਿੱਧਰ ਨੂੰ ਮਹਾਰਾਜ ਜਾਣ ਮਗਰ ਮਗਰ ਜਾਵੇ। ਸਾਹਿਬਾਂ ਨੇ ਆਖਿਆ ਵੀ ਸਾਡੇ ਲਾਗੇ ਨਹੀਂ ਆਉਣਾ, ਦੂਰ ਰਹੇ। ਕਾਫੀ ਕੋਹ ਤੋਂ ਉਰਾਂ ਡੇਰਾ ਕਰਦਾ। ਜਿਸ ਵਕਤ ਮਹਾਰਾਜ ਕੀਰਤਪੁਰ ਸਾਹਿਬ ਤੋਂ ਮਾਲਵੇ ਨੂੰ ਚੱਲੇ ਨੇ ਤਾਂ ਮੁਸਲਮਾਨਾਂ ਦੀ ਕੋਈ ਵਾਰਡ ਲਾਹੌਰ ਤੋਂ ਦਿੱਲੀ ਜਾ ਰਹੀ ਸੀ ਅਤੇ ਉਹਨਾਂ ਗੁਰੂ ਕੇ ਮਹਿਲਾਂ ਨੂੰ ਘੇਰ ਲਿਆ। ਤਾਂ ਭਾਈ ਗੌਰੇ ਨੇ ਸੋਚਿਆ ਵੀ ਮਨਾ ਗੁਰੂ ਦੀ ਖੁਸ਼ੀ ਲੈਣ ਦਾ ਹੁਣ ਟਾਈਮ ਹੈ, ਅਤੇ ਗੁਰੂ ਕੇ ਮਹਿਲਾਂ ਨੂੰ ਬੜੀ ਸੇਫਟੀ ਦੇ ਨਾਲ ਮਹਾਰਾਜ ਜੀ ਦੇ ਡੇਰੇ ਤੱਕ ਪਹੁੰਚਾਇਆ। ਉਹਨਾਂ ਮੁਸਲਮਾਨਾਂ ਨਾਲ ਖੁਦ ਭਾਈ ਗੌਰੇ ਨੇ ਜੰਗ ਕੀਤਾ। ਉਹ ਜਿਹੜੀ ਬਿਪਤਾ ਗੁਰੂ ਹਰਿਰਾਏ ਸਾਹਿਬ 'ਤੇ ਪੈਣੀ ਸੀ, ਉਹ ਸਾਰੀ ਆਪ ਦੇ ਸਹਾਰ ਕੇ ਉਹਨਾਂ ਨੂੰ ਜਿੱਤ ਕੇ ਜਿਹੜੇ ਮਾਰਤੇ ਬਾਕੀ ਲਾਹੌਰ ਨੂੰ ਭਜਾਤੇ। ਫਿਰ ਗੁਰੂ ਹਰਿਰਾਏ ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ ਵੀ ਕਿਹੜੇ ਸਿੱਖ ਨੇ ਸੇਵਾ ਕੀਤੀ ਹੈ? ਕਹਿੰਦੇ ਜੀ ਜਿਹੜਾ ਆਪ ਜੀ ਦਾ ਗੁਰਸਿੱਖ ਭਾਈ ਭਗਤੂ ਸੀਗਾ ਮਾਲਵੇ ਦਾ, ਉਹਦੇ ਵੱਡੇ ਪੁੱਤਰ ਭਾਈ ਗੌਰੇ ਨੇ ਸੇਵਾ ਕੀਤੀ। ਮਹਾਰਾਜ ਕਹਿੰਦੇ ਸਾਡੇ ਕੋਲ ਲਿਆਓ ਭਾਈ। ਆਖਿਆ ਭਾਈ ਗੌਰਿਆ ਤੂੰ ਆਪਦੀਆਂ ਮਾਵਾਂ ਨੂੰ ਬਖਸ਼ ਛਡਾਇਆ ਹੈ, ਅਸੀਂ ਤੇਰੇ 'ਤੇ ਬਹੁਤ ਪ੍ਰਸੰਨ ਹਾਂ, ਕੁਝ ਮੰਗ ਲਾ।
ਕਹਿੰਦਾ ਜੀ ਆਪਦੀ ਖੁਸ਼ੀ ਚਾਹੀਦੀ ਹੈ, ਕੁਝ ਨਹੀਂ ਚਾਹੀਦਾ। ਫਿਰ ਗੁਰੂ ਮਹਾਰਾਜ ਨੇ ਇੱਕ ਇੱਕ ਕਰਕੇ ਉਹਦਾ ਸ਼ਰਾਬ ਬਖਸ਼ਣਾ ਸ਼ੁਰੂ ਕਰ ਦਿੱਤਾ। ਜਦ 100 ਦੇ 100 ਹੀ ਸ਼ਰਾਬ ਬਖਸ਼ਤੇ, ਇੱਕ ਰਹਿ ਗਿਆ। ਕਹਿੰਦਾ ਮਹਾਰਾਜ ਬਸ ਹੁਣ ਨਾ ਬੋਲਿਓ ਜੀ। ਸੱਚੇ ਪਾਤਸ਼ਾਹ ਲੋਕ ਕਹਿਣਗੇ ਵੀ ਗੁਰੂ ਜੀ ਐਵੇਂ ਹੀ ਬੋਲੀ ਗਏ, ਪਹਿਲਾਂ ਸ਼ਰਾਬ ਦੇਤੇ ਮੁੜ ਕੇ ਬਖਸ਼ਤੇ, ਬਚਨ ਪੂਰਾ ਨਹੀਂ ਹੁੰਦਾ। ਇੱਕ ਸ਼ਰਾਬ ਮੈਨੂੰ ਰੱਖਣਾ ਚਾਹੀਦਾ ਹੈ, ਮੈਂ ਆਪ ਦਾ ਸਿੱਖ ਹਾਂ, ਇੱਕ ਸ਼ਰਾਬ ਰਹਿਣ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਗੁਰੂ ਸਾਹਿਬ ਜੋ ਬੋਲਦੇ ਨੇ ਉਹ ਬਚਨ ਪੂਰਾ ਹੁੰਦਾ ਹੈ। ਮਰ ਕਹਿੰਦੇ ਧੰਨ ਸਿੱਖਾ, ਤੇਰੀ ਸਿੱਖੀ ਤੂੰ ਸਿੱਖੀ ਰੱਖ ਵਿਖਾਈ ਹੈ। ਗੁਰੂ ਸਾਹਿਬ ਨੇ ਆਖਿਆ ਚੰਗਾ, ਇਹ ਸ਼ਰਾਬ ਤਾਂ ਪੂਰਾ ਹੋਊਗਾ ਕਿ ਜਦੋਂ ਤੇਰਾ ਅੰਤਮ ਸਮਾਂ ਆਊਗਾ ਤੂੰ ਮੁਸਲਮਾਨਾਂ ਦੇ ਵੱਸ ਪੈ ਕੇ ਤੇ ਚੜ੍ਹਾਈ ਕਰੇਂਗਾ, ਉਹ ਤੈਨੂੰ ਫਾਹ ਲਾ ਕੇ ਮਾਰਨਗੇ ਤੇ ਪਰ ਫਿਰ ਵੀ ਤੈਨੂੰ ਦੁੱਖ ਨਹੀਂ ਕੋਈ ਹੋਊਗਾ। ਇਹ ਸਾਡਾ ਬਚਨ ਹੋਇਆ, ਬਿਨਾਂ ਦੁੱਖ ਤੋਂ ਤੇ ਤੂੰ ਸੌਖਾ ਸਰੀਰ ਛੱਡ ਜਾਏਂਗਾ। ਇਉਂ ਸਾਧ ਸੰਗਤ ਜੀਓ, ਜਿਹੜਾ ਔਗਣ ਕੀਤਾ ਭਾਈ ਗੌਰੇ ਨੇ ਤੇ ਮਹਾਰਾਜ ਨਾਰਾਜ਼ ਵੀ ਹੋਏ, ਕਿਉਂਕਿ ਸਿੱਖ ਨੂੰ ਮਾਰਤਾ, ਮਾਰਿਆ ਵੀ ਚੌਰ ਬਰਦਾਰ, ਤੇ ਸ਼ਰਾਬ ਦੇ ਵੀ ਦਿੱਤੇ ਤੇ ਮੁੜ ਕੇ ਫਿਰ ਭੁੱਲ ਭੁੱਲ ਗਏ, ਮੁੜ ਕੇ ਸ਼ਰਾਬ ਸਾਰੇ ਬਖਸ਼ਤੇ। ਐਸੇ ਗੁਰੂ ਮਹਾਰਾਜ ਦੀਨ ਦਿਆਲ ਕਿਰਪਾਲੂ ਨੇ, ਜਿਹੜੇ ਔਗਣਾਂ ਨੂੰ ਨਹੀਂ ਚਿਤਾਰਦੇ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਗੁਣ ਨੂੰ ਗੁਣ ਸਭ ਕੋ ਕਰੇ। ਤੇ ਗੁਣ ਦਾ ਸਾਰੇ ਕਰਦੇ ਨੇ, ਪਰ ਅਵਗਣ ਕੀਤੇ ਹਰ ਨਾ ਚਿਤਾਰੇ। ਜਿਹੜਾ ਅਵਗਣ ਕਰਦਾ ਇੱਕੋ ਇੱਕ ਰੱਬ ਹੀ ਹੈ, ਜਿਹੜਾ ਨਹੀਂ ਚਿਤਾਰਦਾ। ਪਦਤ ਪਾਵਨ ਹਰ ਬਿਰਦ ਸਦਾਏ। ਇਸ ਲਈ ਉਸ ਦਾ ਜਿਹੜਾ ਸੁਭਾਅ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਇਹ ਸਦਾਇਆ ਜਾਂਦਾ। ਇੱਕ ਤਿਲ ਨਹੀਂ ਭੰਨ ਕਾਲੇ। ਜਿਹੜਾ ਕੋਈ ਗੁਰਸਿੱਖ ਰੱਬ ਦਾ ਪਿਆਰਾ, ਇੱਕ ਤਿਲ ਭਾਵ ਥੋੜ੍ਹੇ ਮਾਤਰ ਵੀ ਘਾਲਣਾ ਕਮਾਈ ਕਰਦਾ, ਉਹਦੀ ਕਮਾਈ ਨੂੰ ਭੰਨਦਾ ਨਹੀਂ, ਭਾਵ ਵਿਅਰਥ ਨਹੀਂ ਜਾਣ ਦਿੰਦਾ ਹੈ। ਐਸਾ ਜੋ ਪਰਮੇਸ਼ਰ ਹੈ ਉਹ ਆਪਣਾ ਜਿਹੜਾ ਧਰਮ ਹੈ, ਪ੍ਰਣ ਹੈ, ਉਹਨੂੰ ਸਦਾਉਂਦਾ ਹੈ। ਪਤਤ ਪਾਵਨ ਘਟ ਘਟ ਵਾਸੀ ਸਰਬ ਨਿਵਾਸੀ। ਅੰਡਜ ਜੀਰਜ ਸੀਤਜ, ਇਹ ਉਤਪੁਜ ਚਾਰੇ ਖਾਣ ਵਾਲੇ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸ ਰਿਹਾ ਹੈ, ਤੇ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ ਨਿਵਾਸ ਕਰ ਰਿਹਾ ਹੈ। ਜਾਂ ਸਾਰੀਆਂ ਵਾਸ਼ਨਾਵਾਂ ਤੋਂ ਨਿਰਹਿਤ ਹੋ ਕੇ ਸਭ ਘਟਾਂ ਘਟਾਂ ਵਿੱਚ ਵਸ ਰਿਹਾ ਹੈ। ਨੇਰਾ ਹੀ ਤੇ ਨੇਰਾ, ਫਿਰ ਸਭਨਾਂ ਦੇ ਨਿਸ਼ਚੈ ਕਰਕੇ ਨੇੜੇ ਤੋਂ ਨੇੜੇ ਹੈ। ਨਾਨਕ ਦਾਸ ਸਦਾ ਸਰਨਾਗਤ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਸੇਵਕ ਤਾਂ ਹਮੇਸ਼ਾ ਹੀ ਉਹਦੀ ਓਟ ਸ਼ਰਨ ਵਿੱਚ ਸਥਿਤ ਹਾਂ। ਹਰਿ ਅੰਮ੍ਰਿਤ ਸੱਜਣ ਮੇਰਾ, ਜੋ ਮੇਰਾ ਲੋਕ ਪਰਲੋਕ ਦਾ ਸੱਜਣ ਮਿੱਤਰ ਹਰੀ ਪਰਮੇਸ਼ਰ ਮ੍ਰਿਤੂ ਤੋਂ ਰਹਿਤ ਜਾਂ ਆਤਮਕ ਆਨੰਦ ਦੇਣ ਵਾਲਾ ਅੰਮ੍ਰਿਤ ਰੂਪ ਹੈ। ਹਉ ਬਿਸਮ ਪਾਈ ਜੀ। ਇਹ ਗੁਰਸਿੱਖ ਸੰਤ ਮਹਾਤਮਾ ਜੀਓ, ਮੈਂ ਬਹੁਤ ਆਸ਼ਚਰਜ ਹੋਈ ਹਾਂ। ਹਰ ਦਰਸ਼ਨ ਦੇਖ ਅਪਾਰਾ। ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਦਰਸ਼ਨ ਦੀਦਾਰ ਵੇਖ ਕੇ ਜਾਂ ਸਾਡੇ ਚਿੱਤ ਦੀ ਬਿਰਤੀ ਬਹੁਤ ਵਿਸਮਾਦ ਹੋਈ ਹੈ। ਮੇਰਾ ਸੁੰਦਰ ਸੁਆਮੀ ਜੀ। ਹੇ ਗੁਰਸਿੱਖੋ ਸੰਤ ਮਹਾਤਮਾ ਜੀਓ, ਜਿਹੜਾ ਮੇਰਾ ਮਾਲਕ ਪਰਮੇਸ਼ਰ ਹੈ, ਤੁਸੀਂ ਤਾਂ ਭਾਵੇਂ ਨਹੀਂ ਵੇਖਿਆ, ਮੈਂ ਜੋ ਵੇਖਿਆ, ਇਸ ਲਈ ਸੱਚ ਚਿਤ ਆਨੰਦ ਸਰੂਪ ਹੋਣ ਕਰਕੇ ਮੈਨੂੰ ਤਾਂ ਬੜਾ ਸੋਹਣਾ ਲੱਗਾ ਹੈ। ਆਓ ਚਰਨ ਕਮਲ ਪਗ ਸ਼ਾਰਾ। ਮੈਂ ਉਹਦੇ ਚਰਨ ਕਮਲਾਂ ਦੀ ਧੂੜ ਦੇ ਵਿੱਚ ਰਚੀ ਮਿਚੀ ਮਿਲੀ ਹੋਈ ਹਾਂ। ਜਾਂ ਸਾਰਿਆਂ ਦੇ ਚਰਨ ਭਾਵ ਅਧਿਸ਼ਠਾਨ ਦੇ ਕਮਲ ਦੀ ਤਰ੍ਹਾਂ ਨਿਰਲੇਪ ਰਹਿਣ ਵਾਲੇ ਪਰਮੇਸ਼ਰ ਦੇ ਚਰਨਾਂ ਦੀ ਧੂੜ ਬਣ ਜਾਵਾਂ। ਚਰਨ ਧੂੜ ਸੋ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰ ਨਾਨਕ ਜਪ ਜਪ ਸਦ ਜੀਵਾਂ, ਚਰਨ ਧੂਰ ਤਿਲ ਜਨ ਕੀ ਹੋਵਾਂ।
ਤੇਰੇ ਸੇਵਕਾਂ ਦੇ ਵੀ ਚਰਨ ਧੂੜ ਬਣੀਏ। ਪ੍ਰਭ ਪੇਖਤ ਜੀਵਾ ਮੈਂ ਪਰਮੇਸ਼ਰ ਨੂੰ ਵੇਖ ਕੇ ਹੀ ਜਿਉਂਦੀ ਆ। ਠੰਡੇ ਥੀਵਾ ਅੰਦਰੋਂ ਸ਼ਾਂਤ ਹੁੰਦੀ ਆ ਰੱਬ ਨੂੰ ਵੇਖ ਕੇ। ਲੋਕਾਂ ਦਾ ਪਤਾ ਨਹੀਂ ਕਿਵੇਂ ਸਰਦਾ ਬਿਨਾਂ ਵੇਖਣ ਤੋਂ। ਆਪਾਂ ਤਾਂ ਜਿੰਨਾ ਚਿਰ ਵੇਖ ਨਾ ਲਈਏ ਉਹਨਾਂ ਚਿਰ ਸ਼ਾਂਤੀ ਨਹੀਂ ਆਉਂਦੀ। ਸੋ ਫਰੀਦ ਸਾਹਿਬ ਜੀ ਦਾ ਬਚਨ ਹੈ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਮੇ ਹਾਏ। ਲੋਕਾਂ ਦੀ ਉਮਰ ਪਤਾ ਨਹੀਂ ਕਿਵੇਂ ਲੰਘਦੀ ਹੈ। ਸਾਡਾ ਤਾਂ ਇੱਕ ਮਿੰਟ ਇੱਕ ਘੜੀ ਨਹੀਂ ਗੁਰਦੁਆਰੇ ਤੋਂ ਬਗੈਰ ਸਰਦਾ। ਤਿਸ ਜੇ ਬੜੇ ਅਵਰ ਨ ਕੋਈ, ਕਿਉਂਕਿ ਤਿਸ ਪਰਮੇਸ਼ਰ ਜਿੱਡਾ ਵੱਡਾ ਸਮਰੱਥ ਹੋਰ ਕੋਈ ਨਹੀਂ ਹੈ। ਆਦ ਅੰਤ ਮਦ ਪ੍ਰਭ ਰਵਿਆ, ਸਾਰੇ ਸੰਸਾਰ ਦੇ ਮੁੱਢ 'ਚ, ਅਖੀਰ 'ਚ ਤੇ ਵਿਚਕਾਰ ਤਿੰਨਾਂ ਸਮਿਆਂ 'ਚ ਪਰਮੇਸ਼ਰ ਵਿਆਪਕ ਹੈ। ਜਲ ਥਲ ਮਹੀ ਅਲ ਸੋਈ, ਪਾਣੀ ਵਾਲੀਆਂ ਜਗ੍ਹਾ ਖੁਸ਼ਕ ਜਗ੍ਹਾ ਦੇ ਵਿੱਚ ਤੇ ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਵੀ ਉਹੀ ਵਿਆਪਕ ਹੈ। ਚਰਨ ਕਮਲ ਜਪ ਸਾਗਰ ਤਰਿਆ, ਸੋ ਉਸ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਜਪ ਕੇ ਅਨੇਕਾਂ ਨੇ ਸੰਸਾਰ ਸਮੁੰਦਰ ਤਰ ਲਿਆ ਹੈ ਅਤੇ ਅਨੇਕਾਂ ਹੀ ਭਵ ਜਲ ਉਤਰੇ ਪਾਰਾ, ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਗਏ ਨੇ। ਤੁਸੀਂ ਵੀ ਟਿਕਟ ਟੁਕਟ ਕਟਾਓ, ਕੋਈ ਆਪਦੀ ਸੀਟ ਬੁੱਕ ਕਰਾਓ। ਇਹ ਪਹਿਲਾਂ ਹੀ ਯਤਨ ਕਰਨਾ ਚਾਹੀਦਾ। ਮੌਕੇ 'ਤੇ ਕੀ ਪਤਾ ਜਹਾਜ਼ ਮਿਲੇ ਨਾ ਮਿਲੇ, ਸੀਟ ਮਿਲੇ ਨਾ ਮਿਲੇ, ਇਸ ਲਈ ਪਹਿਲਾਂ ਤੋਂ ਹੀ ਯਤਨ ਕਰੋ। ਸਵੇਰ ਸ਼ਾਮ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਓ, ਅਰਦਾਸ 'ਚ ਸ਼ਾਮਲ ਹੋਵੋ, ਗੁਰੂ ਸਾਹਿਬ ਦਾ ਨਿਤਨੇਮ ਕਥਾ ਕੀਰਤਨ ਦੁਆਰਾ ਆਪ ਦਾ ਪ੍ਰੇਮ ਜਣਾਓ। ਵਾਹਿਗੁਰੂ ਨਾਮ ਜਹਾਜ਼ ਹੈ। ਫਿਰ ਵਾਹਿਗੁਰੂ ਨਾਮ ਦੇ ਜਹਾਜ਼ 'ਤੇ ਮਹਾਰਾਜ ਚਾੜ ਕੇ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਪਾਰ ਉਤਾਰ ਦੇਣਗੇ। ਨਾਨਕ ਸਰਨ ਪੂਰਨ ਪਰਮੇਸ਼ਰ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਵਿਆਪਕ ਪਰਮਾਤਮਾ, ਹੇ ਵਾਹਿਗੁਰੂ ਮੈਂ ਤੇਰੀ ਓਟ ਵਿੱਚ ਹਾਂ। ਤੇਰਾ ਅੰਤ ਨ ਪਾਰਾਵਰ, ਤੇਰਾ ਪਾਰ ਉਰਾਰ ਦਾ ਓੜਕ ਅਖੀਰ ਨਹੀਂ ਪਾਇਆ ਜਾ ਸਕਦਾ। ਹਉ ਨਿਮਖ ਨ ਛੋਡਾ ਜੀ, ਹੇ ਗੁਰਸਿੱਖੋ ਸੰਤ ਮਹਾਤਮਾ ਜੀਓ, ਮੈਂ ਉਹਦੇ ਧਿਆਨ ਸਿਮਰਨ ਨੂੰ ਇੱਕ ਨਿਮਕ ਅੱਖ ਝਮਕਣ ਜਿੰਨਾ ਸਮਾਂ ਵੀ ਛੱਡਦਾ ਨਹੀਂ ਹਾਂ। ਹਉ ਪ੍ਰੀਤਮ ਪ੍ਰਾਨ, ਹਰ ਹਰ ਪ੍ਰੀਤਮ ਪ੍ਰਾਨ ਆਧਾਰ, ਜੋ ਹਰੀ ਪਰਮੇਸ਼ਰ ਪਿਆਰਾ ਤੇ ਮੇਰੇ ਪ੍ਰਾਣਾ ਸਵਾਸਾਂ ਦਾ ਆਸਰਾ ਰੂਪ ਹੈ। ਗੁਰ ਸਤ ਗੁਰ ਕਹਿਆ ਜੀ, ਹੇ ਗੁਰਸਿੱਖੋ ਸੰਤ ਮਹਾਤਮਾ ਜੀਓ, ਪੂਜਨੀਕ ਵੱਡੇ ਸਤਿਗੁਰੂ ਸਾਹਿਬ ਜੀ ਨੇ ਸੱਚੇ ਨੂੰ ਆਖਿਆ ਹੈ, ਉਹਦਾ ਨਾਮ ਆਖਿਆ ਹੈ। ਸਾਚਾ ਅਗਮ ਵਿਚਾਰੋ, ਜਿਹੜਾ ਸੱਚਾ ਅਚਲ ਪਰਮੇਸ਼ਰ ਦਾ ਵਿਚਾਰ ਨਿਰਣਾ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਉਹੀ ਅਸੀਂ ਤੁਹਾਨੂੰ ਕਹਿ ਰਹੇ ਹਾਂ। ਮਿਲ ਸਾਧੂ ਦੀਨਾ ਤਾ ਨਾਮ ਲੀਨਾ, ਜਦ ਸੰਤ ਜਨ ਸ੍ਰੇਸ਼ਟ ਗੁਰੂ ਸਾਹਿਬ ਜੀ ਨੂੰ ਮਿਲ ਕੇ ਆਪਣਾ ਮਨ ਦਿੱਤਾ ਤਾਂ ਪਰਮੇਸ਼ਰ ਦਾ ਨਾਮ ਲਿੱਤਾ, ਭਾਵ ਜਪਣਾ ਕੀਤਾ। ਜਾਂ ਧਰਮ ਨੂੰ ਧਾਰਨ ਵਾਲੇ ਜਾਂ ਦੀਨ ਭਾਵ ਨਿਮਰਤਾ ਵਾਲੇ ਸੰਤ ਜਨਾਂ ਨੂੰ ਮਿਲੇ ਤਾਂ ਨਾਮ ਪ੍ਰਾਪਤ ਕੀਤਾ ਹੈ। ਜਨਮ ਮਰਨ ਦੁਖ ਨਾਠੇ, ਜਿਸ ਕਰਕੇ ਜੰਮਣ ਮਰਨ ਦੇ ਸਾਰੇ ਦੁੱਖ ਕਸ਼ਟ ਨਸ ਗਏ, ਨਿਵਰਤ ਹੋ ਗਏ ਹਨ। ਸਹਿਜ ਸੁਖ ਆਨੰਦ ਕਨੇਰੇ, ਅਚੁੱਤ ਸੁਖ ਰੂਪ ਪਰਮੇਸ਼ਰ ਦੇ ਬੇਅੰਤ ਆਨੰਦ ਹਨ।
ਆਨੰਦ ਦੇ ਸਹਿਤ ਹੋਏ ਹਾਂ। ਹਉ ਬੈਠੀ ਗਾਠੇ ਹਉ ਮੈਂ ਬੈਠੀ ਗਾਠੇ, ਅੰਗਤਾ ਮਮਤਾ ਦੀ ਗੰਢ ਨਾਸ਼ ਹੋ ਗਈ ਹੈ। ਚਿਤ ਜੜ ਸੰਸੇ ਕਰਮ ਗ੍ਰੰਥੀ ਨਿਵਰਤ ਹੋ ਗਈ ਹੈ। ਸਭ ਕੈ ਮਦ ਸਭਹੂ ਤੇ ਬਾਹਰ, ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਸਾਰਿਆਂ ਦੇ ਵਿੱਚ ਵਸ ਰਿਹਾ। ਪਾਪਾ ਪੁੰਨਾਂ ਤੋਂ ਰਹਿਤ ਹੋਣ ਕਰਕੇ ਉਹ ਨਿਸ਼ਚੇ ਹੀ ਸਾਰਿਆਂ ਤੋਂ ਬਾਹਰ ਵੀ ਹੈ। ਰਾਗ ਦੁਖ ਤੇ ਨਿਆਰੋ, ਅਤੇ ਮੋਹ ਦਵੈਸ਼ ਆਦਿਕ ਤੋਂ ਵੀ ਨਿਰਲੇਪ ਸੁਤੰਤਰ ਹੈ। ਨਾਨਕ ਦਾਸ ਗੋਬਿੰਦ ਸਰਣਾਈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਦਾਸ ਉਸ ਗੋਬਿੰਦ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਏ ਹਾਂ। ਹਰ ਪ੍ਰੀਤਮ ਮਨ ਸੁਧਾਰੋ, ਜਿਹੜਾ ਹਰੀ ਅਕਾਲ ਪੁਰਖ ਸਭਨਾਂ ਦਾ ਪਿਆਰਾ, ਮਨ ਦੇ ਤਾਈਂ ਸਹਿਤ ਆਸਰੇ ਦੇ ਕਰਨ ਵਾਲਾ ਜਾਂ ਸੁਧਾਰਨੇ ਵਾਲਾ ਹੈ। ਮੈਂ ਖੋਜਤ ਖੋਜਤ ਜੀ, ਇਹ ਸੰਤ ਮਹਾਤਮਾ ਜੀ, ਮੈਂ ਵੇਦਾਂ ਨੂੰ ਲੱਭਦਿਆਂ, ਸ਼ਾਸਤਰਾਂ ਨੂੰ ਲੱਭਦਿਆਂ ਜਾਂ ਪਰਮੇਸ਼ਰ ਨੂੰ ਖੋਜ ਖੋਜ ਕੇ ਇਸੇ ਪ੍ਰਕਾਰ ਮੈਂ ਖੋਜਤ ਖੋਜਤ ਜੀ, ਮੈਂ ਮਨ ਦੁਆਰਾ ਖੋਜ ਖੋਜ ਕੇ, ਮੈਂ ਬਾਣੀ ਦੁਆਰਾ ਖੋਜ ਖੋਜ ਕੇ ਇਸੇ ਪ੍ਰਕਾਰ ਮੈਂ ਖੋਜਤ ਖੋਜਤ ਜੀ, ਮੈਂ ਖੋਜਣੇ ਵਾਲਾ ਹੋ ਕੇ ਅਨ ਮੈਂ ਕੋਸ਼ ਨੂੰ ਖੋਜ ਕੇ ਤੇ ਮਨੋ ਮੈਂ ਕੋਸ਼ ਨੂੰ ਖੋਜ ਕੇ ਹਰ ਨਿਹਚਲ ਸੋ ਘਰ ਪਾਇਆ। ਪਰਮੇਸ਼ਰ ਦਾ ਅਚਲ ਤੇ ਸੋ ਸ੍ਰੇਸ਼ਟ ਸਤ ਸਰੂਪ ਰੂਪੀ ਘਰ ਨੂੰ ਪਾ ਲਿਆ ਹੈ। ਸਭ ਧਰੁਵ ਡਿਠੇ ਜੀਓ, ਇਹ ਗੁਰਸਿੱਖੋ, ਇਹ ਸੰਤ ਮਹਾਤਮਾ ਜੀਓ, ਜਦ ਸਾਰੇ ਪਦਾਰਥ ਅਧਰੁਵ ਚਲਾਏ ਮਨ ਦੇਖੇ, ਤਾਂ ਚਰਨ ਕਮਲ ਚਿਤ ਲਾਇਆ। ਤਾਂ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚ ਚਿਤ ਲਾਉਣਾ ਕੀਤਾ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਮਨ ਜੋੜੀਐ, ਮਨ ਲੋਚੈ ਬਰਿਆਈਆਂ ਤੇ ਗੁਰਸਿੱਖੀ ਇਹੋ ਮਨ ਹੋੜੀਐ। ਇਹ ਕਵਿਤਾ ਹੈ, ਬਾਣੀ ਨਹੀਂ ਹੈ। ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ, ਜਾਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਕਹਿੰਦੇ ਜੋ ਨਾਸ਼ ਤੋਂ ਰਹਿਤ ਪਰਮੇਸ਼ਰ ਹੈ, ਮੈਂ ਉਸ ਦੀ ਦਾਸੀ ਹਾਂ, ਗੋਲੀ ਹਾਂ। ਹੋਵੇ ਲਾਲੇ ਗੋਲੇ ਗੁਰ ਸਿੱਖਾਂਗੇ, ਹਮ ਹੋਵੇ ਲਾਲੇ ਗੋਲੇ ਗੁਰ ਸਿੱਖਾਂਗੇ, ਜਿਨੀ ਅਣਦਿਨ ਹਰ ਹਰ ਪੁਰਖ ਤੇ ਆਇਆ। ਕਈ ਵਾਰ ਮੈਂ ਪਹਿਲਾਂ ਵੀ ਬਚਨ ਕੀਤਾ ਹੈ ਕਿ ਸਾਡੇ ਮਨ ਦਾ ਸੁਭਾਵ ਹੈ, ਅਸੀਂ ਆਪ ਦੀ ਹਉਮੈ ਨੂੰ ਪੱਠੇ ਪਾਉਂਦੇ ਹਾਂ। ਤੇ ਹਉਮੈ ਕੀ ਹੈ? ਆਪਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਕਿਸੇ ਸਾਧੂ ਸੰਤ ਨੂੰ ਨਹੀਂ ਮੰਨਦੇ, ਕਿਸੇ ਬੰਦੇ ਨੂੰ ਨਹੀਂ ਮੰਨਦੇ, ਤੇ ਨਾ ਕਿਸੇ ਨੂੰ ਬੁਲਾਉਣਾ ਤੇ ਨਾ ਹੀ ਪ੍ਰੇਮ ਭਾਵ ਸੰਗਤ ਵਿੱਚ ਸ਼ਰਧਾ ਰੱਖਣੀ, ਆਖਣਾ ਜੀ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ। ਜੇ ਕੋਈ ਪੁੱਛੇ, ਗੁਰੂ ਨਾਨਕ ਸਾਹਿਬ ਆ ਕੇ ਪੁੱਛ ਲੈਣ ਵੀ ਗੁਰਮੁਖ ਪਿਆਰਿਆ, ਤੂੰ ਵੇਖ ਜਿਹੜੀ ਸੰਗਤ ਹੈ ਕੋਈ ਸਾਥੋਂ ਵੱਖ ਹੈ? ਸੰਗਤ ਵੀ ਤਾਂ ਸਾਡੀ ਹੋਈ ਹੈ ਤੇ ਸਾਡੇ ਪਾਸ ਬੈਠੀ ਹੈ। ਜਿਹੜੀ ਸੰਗਤ ਗੁਰੂ ਜੀ ਦੀ ਸੇਵਾ ਕਰਦੀ ਹੈ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੀ ਹੈ, ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਹੈ ਤਾਂ ਹੀ ਸੰਗਤ ਆਉਂਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਸੰਗਤ ਆਵੇ ਕਿਵੇਂ? ਮਤਲਬ ਗੁਰੂ ਦੀ ਸੰਗਤ ਹੈ। ਗੁਰੂ ਕੇ ਲੰਗਰ 'ਚ ਕੋਈ ਵੀ ਸੇਵਾ ਕਰ ਰਿਹਾ ਤੇ ਆਖਰ ਉਹਦੀ ਗੁਰੂ ਸਾਹਿਬ 'ਤੇ ਸ਼ਰਧਾ ਹੈ ਤਾਂ ਹੀ ਬਿਨਾਂ ਪੈਸਿਆਂ ਤੋਂ ਕਰ ਰਿਹਾ। ਜੇ ਸ਼ਰਧਾ ਨਾ ਹੋਵੇ ਤਾਂ 1 ਮਿੰਟ ਸਾਡੇ ਕੋਲ ਫੋਨ ਸੁਣਨ ਜੋਗਾ ਟਾਈਮ ਨਹੀਂ, ਕਿਸੇ ਦੇ ਘਰ ਜਾਣ ਦਾ ਟਾਈਮ ਨਹੀਂ, ਬਹਿਣ ਖਲੋਣ ਦਾ, ਕਿਉਂਕਿ ਕੰਮ ਕਾਰ ਬਥੇਰੇ ਨੇ, ਰੁਝੇਵੇਂ ਬਥੇਰੇ ਨੇ।
ਸੋ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਜਾਂ ਗੁਰੂ ਕੀ ਸੰਗਤ ਬਾਣੀ ਪੜ੍ਹ ਰਹੀ ਹੈ, ਮਹਾਰਾਜ ਦੀ ਕਥਾ ਕੀਰਤਨ ਸੰਗਤ ਦੀ ਹਾਜ਼ਰੀ ਭਰ ਰਹੀ ਹੈ, ਆਖਰ ਉਹ ਵੀ ਤਾਂ ਗੁਰੂ ਦੀ ਹੋਈ ਹੈ, ਤਾਂ ਗੁਰੂ ਤੋਂ ਬਾਹਰ ਨਹੀਂ ਹੈ। ਇਸ ਲਈ ਵਿੱਚ ਸੰਗਤ ਹਰ ਪਰ ਵਸੈ ਜੀਓ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਤੇ ਪਰ ਜੇ ਆਪਾਂ ਗੁਰੂ ਦੀ ਮੰਨਦੇ ਹਾਂ ਤੇ ਜੋ ਸੰਗਤ ਦਾ ਹੁਕਮ ਹੈ ਇਹ ਵੀ ਗੁਰੂ ਸਾਹਿਬ ਦਾ ਹੁਕਮ ਹੈ। ਇਸ ਤਰ੍ਹਾਂ ਸ਼ਰਧਾ ਕਰਕੇ ਸੰਗਤ ਦਾ ਹੁਕਮ ਵੀ ਮੰਨਣਾ ਯੋਗ ਹੈ। ਜਿਵੇਂ ਕੋਈ ਕਿਸੇ ਸਕੂਲ ਦਾ ਅਨੁਸ਼ਾਸਨ ਹੁੰਦਾ ਹੈ, ਕਿਸੇ ਵੀ ਸੰਸਥਾ ਦਾ, ਕਿਸੇ ਵੀ ਸੁਸਾਇਟੀ ਦਾ ਡਿਸਿਪਲਿਨ ਹੁੰਦਾ, ਇੱਕ ਦੂਜੇ ਦੇ ਨਾਲ ਮਿਲ ਕੇ ਕਾਰਜ ਹੁੰਦੇ ਨੇ। ਜੇ ਬੰਦਾ ਕਹੇ ਵੀ ਮੈਂ ਤਾਂ ਇਕੱਲਾ ਹੀ ਬਹੁਤ ਹਾਂ, ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ, ਤੇ ਇਕੱਲਾ ਤਾਂ ਕੁਛ ਵੀ ਨਹੀਂ ਕਰ ਸਕਦਾ। ਮੰਨ ਲਓ ਆਪਾਂ ਇੱਥੇ ਬੈਠੇ ਹੋਏ ਹਾਂ ਅਤੇ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਹੈ, ਉਹਨਾਂ ਸਾਨੂੰ ਸਹਿਯੋਗ ਦਿੱਤਾ ਵੀ ਤੁਸੀਂ ਜਾਓ, ਅਸੀਂ ਘਰ ਦਾ ਖਿਆਲ ਰੱਖਦੇ ਹਾਂ, ਜਾਂ ਕੱਪੜੇ ਹੀ ਧੋ ਕੇ ਪਵਾਤੇ ਪ੍ਰੈਸ ਕਰਕੇ, ਕੱਪੜੇ ਨਾ ਧੋਤੇ ਹੋਣ, ਪ੍ਰੈਸ ਨਾ ਹੋਣ, ਅਤੇ ਦੱਸੋ ਕਿਵੇਂ ਸਰੂਗਾ? ਮਤਲਬ ਸਹਿਯੋਗ ਹੈ ਕਿਸੇ ਦਾ ਸਾਡੀ ਬੈਠਣ 'ਚ। ਜਿਹੜੇ ਬਸਤਰ ਨੇ ਉਹ ਦਰਜੀ ਨੇ ਸਿਉਤੇ ਨੇ। ਜੇ ਆਪਾਂ ਕਹੀਏ ਵੀ ਦਰਜੀ ਨੂੰ ਨਹੀਂ ਮੰਨਦੇ, ਜੇ ਉਹ ਬਸਤਰ ਸਿਉਏ ਹੀ ਨਾ ਤਾਂ ਫਿਰ ਪੁਰਾਣਾ ਬਸਤਰ ਉਤਾਰ ਕੇ ਨਵਾਂ ਕਿਵੇਂ ਪਹਿਨਾਂਗੇ? ਦਰਜੀ ਦਾ ਵੀ ਸਹਿਯੋਗ ਹੈ, ਡਾਕਟਰ ਦਾ ਵੀ ਸਹਿਯੋਗ ਹੈ, ਜਿਹਨੇ ਸਾਨੂੰ ਦਵਾਈ ਦੇ ਕੇ ਬੋਲਣ ਜੋਗਾ ਬਣਾਇਆ, ਖੰਘ ਜ਼ੁਕਾਮ ਸਾਹ ਨਹੀਂ ਲੈਣ ਦਿੰਦਾ। ਕਹਿਣ ਦਾ ਭਾਵ ਹੈ ਵੀ ਦੁਨੀਆ ਇੱਕ ਦੂਜੇ ਦੇ ਸਹਿਯੋਗ ਮਦਦ ਨਾਲ ਚੱਲਦੀ ਹੈ, ਅਤੇ ਸੰਗਤ ਤਾਂ ਗੁਰੂ ਦਾ ਰੂਪ ਹੈ। ਤਾਂ ਇਸ ਵਾਸਤੇ ਇਹ ਸ਼ਰਧਾ ਭਾਵਨਾ ਗੁਰੂ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜੇ ਗੁਰੂ ਮਹਾਰਾਜ ਦੇ ਸਿੱਖ ਨੇ ਉਹਦਾ ਭਲਾ ਗੁਰੂ ਦਾ ਰੂਪ ਹਾਨੀ, ਖਾਲਸਾ ਮੇਰਾ ਰੂਪ ਹੈ ਖਾਸ, ਪੰਜ ਪ੍ਰਵਾਨ ਪੰਜ ਪ੍ਰਧਾਨ। ਗੁਰਦੁਆਰੇ ਦੇ ਝਾੜੂ ਨੂੰ ਵੀ ਮੱਥਾ ਟੇਕੋ, ਮਹਾਰਾਜ ਦੇ ਭਾਂਡਿਆਂ ਨੂੰ ਵੀ ਸ਼ਰਧਾ ਪਿਆਰ ਨਾਲ ਸੇਵਾ ਕਰੋ। ਦਰੀਆਂ ਤੱਪੜ ਵੀ ਸੰਗਤ ਦੇ ਚਰਨਾਂ ਦੀ ਧੂੜ ਨਾਲ ਪਵਿੱਤਰ ਹੋਏ। ਸਾਧ ਧਰਤ ਪਈ ਹਰਿਆਵਲੀ। ਲੋਕ ਇਹਨਾਂ ਸ਼ਹੀਦਾਂ ਦੀ ਪਾਵਨ ਧਰਤੀ ਨੂੰ ਮੱਥੇ ਨਾਲ ਲਾਉਂਦੇ ਨੇ, ਇਹ ਧੂੜ ਵੀ ਪਵਿੱਤਰ ਹੈ। ਤੂੜੀ ਮੱਜਣ ਸਾਧ ਕੇ, ਤੋ ਸੰਗਤ ਤਾਂ ਪਵਿੱਤਰ ਹੈ ਹੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਪ੍ਰਭ ਅਬਿਨਾਸੀ, ਜਿਹੜਾ ਨਾਸ਼ ਤੋਂ ਰਹਿਤ ਪਰਮੇਸ਼ਰ ਹੈ, ਉਹਦੀ ਤਾਂ ਮੈਂ ਦਾਸੀ ਗੋਲੀ ਹੈ ਹੀ ਹਾਂ। ਅਤੇ ਜਿਹੜੇ ਮਹਾਰਾਜ ਦੇ ਸੇਵਕ ਨੇ ਉਹਨਾਂ ਦੇ ਵੀ ਆਪਾਂ ਗਾਂਹ ਗੜਵਈ ਹਾਂ, ਗੜਵਈਆਂ ਦੇ ਗਾਂਹ ਗੜਵਈ ਹਾਂ, ਉਹਨਾਂ ਦੇ ਗੋਲੇ ਹਾਂ। ਮਨ ਨ ਆਵੈ ਜਾਏ, ਉਹ ਪਰਮਾਤਮਾ ਨਾ ਮਰਦਾ ਤੇ ਨਾ ਹੀ ਜੂਨਾ ਚਾਹੁੰਦਾ ਤੇ ਜਾਂਦਾ ਹੈ। ਧਰਮ ਅਰਥ ਕਾਮ ਸਭ ਪੂਰਨ, ਉਹ ਧਰਮ ਅਰਥ ਦਾ ਮਤਲਬ ਹੈ ਦੌਲਤ, ਮਾਇਆ। ਧਰਮ ਹੈ ਸਿੱਖ ਧਰਮ, ਅਤੇ ਕਾਮ ਕਾਮਨਾਵਾਂ, ਕਾਮਯਾਬੀਆਂ ਅਤੇ ਮੁਕਤੀ ਆਦਿਕ ਸਾਰੇ ਪਦਾਰਥਾਂ ਨੂੰ ਦੇਣ ਵਾਲਾ ਹੈ, ਸਭਨਾ ਕਰਕੇ ਪੂਰਾ ਹੈ। ਮਨ ਚਿੰਦੀ ਇੱਛ ਪੁਜਾਏ, ਪਰ ਫਿਰ ਮਨ ਚਿਤ ਸਭ ਚਾਹਨਾ ਵੀ ਪੂਰੀਆਂ ਕਰ ਦਿੰਦਾ ਹੈ। ਸੁਰਤ ਸਿਮਰਤ ਗੁਣ ਗਾਵਹਿ ਕਰਤੇ, ਸੁਰਤ ਵੇਦ, ਸਿਮਰਤ ਸਿਮਰਤੀਆਂ, ਵੇਦਾਂ ਦੇ ਸਿਮਰਤੀਆਂ ਨੂੰ ਉਚਾਰਨ ਕਰਨ ਵਾਲੇ ਕਰਤਾ ਪੁਰਖ ਦੇ ਗੁਣਾਂ ਨੂੰ ਗਾਉਂਦੇ ਨੇ। ਸਿੱਧ ਸਾਧਕ ਮਨ ਜਨ ਧਿਆਇਆ, ਸਿੱਧੀ ਨੂੰ ਪ੍ਰਾਪਤ ਕਰਨ ਵਾਲੇ ਜੋਗੀ, ਸਾਧਨਾ ਕਰਨ ਵਾਲੇ ਜਗਿਆਸੂ ਅਤੇ ਮੰਨਣਸ਼ੀਲ ਮਹਾਤਮਾ ਨਾਰਦ ਮੁਨੀ ਵਰਗੇ ਅਤੇ ਜਨ ਭਗਤ ਰਵਿਦਾਸ ਕਬੀਰ ਜੀ ਵਰਗਿਆਂ ਨੇ ਉਸ ਵਾਹਿਗੁਰੂ ਨੂੰ ਧਿਆਇਆ ਹੈ। ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਨਾਨਕ ਸਰਨ ਕਿਰਪਾ ਨਿਧ ਸੁਆਮੀ, ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਮੈਂ ਜਨ ਕਿਰਪਾ ਮਿਹਰ ਦੇ ਖਜ਼ਾਨੇ ਮਾਲਕ ਪਰਮੇਸ਼ਰ ਦੀ ਓਟ ਵਿੱਚ ਆਇਆ ਹਾਂ। ਵੱਡ ਭਾਗੀ ਹਰ ਹਰ ਗਾਇਆ, ਵੱਡੇ ਭਾਗਾਂ ਕਰਕੇ ਹੀ ਉਸ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਜਸ ਨੂੰ ਗਾਇਆ। ਜਾਂ ਵੱਡੇ ਭਾਗਾਂ ਵਾਲਿਆਂ ਨੇ ਜਾਂ ਵੱਡੇ ਭਾਗਾਂ ਕਰਕੇ ਪਰਮੇਸ਼ਰ ਦਾ ਜਸ ਗਾਇਨ ਕੀਤਾ ਜਾਂਦਾ ਹੈ। ਇਹ ਸਾਧ ਸੰਗਤ ਜੀਓ, ਗੁਰੂ ਮਹਾਰਾਜ ਨੇ ਸ਼ੁਭ ਉਪਦੇਸ਼ ਬਖਸ਼ਿਆ, ਸ਼ਬਦ ਦੀ ਸੰਪੂਰਨਤਾ ਹੋਈ ਹੈ ਜੀ। ਭੁੱਲਾਂ ਚੁੱਕਾਂ ਦਾਸਾਂ ਦੀਆਂ ਸਮਝ ਕੇ ਦਰੀ ਥੱਲੇ ਦੱਬ ਜਾਣੀਆਂ, ਆਪਦੇ ਘਰ ਨਾਲ ਲਿਜਾਣੀਆਂ।
ਮਹਾਰਾਜ ਦਾ ਉਪਦੇਸ਼ ਆਪਦੇ ਹਿਰਦੇ 'ਚ ਵਸਾਉਣਾ, ਘਰ ਲਿਜਾ ਕੇ ਬੱਚਿਆਂ ਨੂੰ ਪ੍ਰਸ਼ਾਦ ਦੇਣਾ। ਗੁਰੂ ਮਹਾਰਾਜ ਕਿਰਪਾ ਕਰੇ, ਸਤਿਗੁਰੂ ਦੀ ਰਹਿਮਤ ਹੋਵੇ। ਸੁਤਾ ਸਿਮਰਤ ਗੁਣ ਗਾਵੈ ਕਰਤੇ, ਸਿੱਧ ਸਾਧਕ ਮਨ ਜਨ ਧਿਆਇਆ। ਨਾਨਕ ਸਰਨ ਕਿਰਪਾ ਨਿਧ ਸੁਆਮੀ, ਵੱਡ ਭਾਗੀ ਹਰ ਹਰ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦ